अमरदास गुर हृदय त्यागो, गुर हृदय त्यागो। श्री गुरु रामदास गुण गाओ। श्री अर्जन विघ्नन के नासक, विघ्नन के नासक। हर गोबिंद शुभ समत प्रकाशक। श्री हर राय नमो कर जोरी, नमो कर जोरी। श्री गुरु हर कृष्ण मनाए गहोरी। तेग बहादुर परम कृपाल, परम कृपाला। श्री गुरु गोबिंद सिंह विशाला। हरों तरा तर पुनि पुनि सीसा, पुनि पुनि सीसा। बंदों बार बार जगदीशा। जिसमें अमृत ज्ञान है, मानक भगत वैराग। श्री गुरु ग्रंथ साहिब उदद, बंदों कर अनुराग। श्री गुरु शब्द कमाए जिन, जीते पंच विकार। तिन संतन को बंदना, सिर चरणन पर तार। होवे सिवत कसामदी, नोरे अरसहों कुरसहों चट्टी है। तुद डिठे सचे पातशाह, मल जन्म जन्म दी कटी है। तुद डिठे सचे पातशाह, मल जन्म जन्म दी कटी है। हाँ जी। सतनाम श्री वाहिगुरु साहिब जी दोहरा। चढ़ तह ते श्री सतगुरु, ले खाने को संग। रमयाना जो ग्राम है, तित को तोर तुरंग। चढ़ तह ते श्री सतगुरु। वाहिगुरु जी का खालसा, वाहिगुरु जी की फतेह। परम सत्कारयोग गुरु ਸਰੂਪ गुरु खालसा सत्संग जी, ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਹੋ, ਆਓ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸਰਬੰਸ ਦਾਨੀ ਪਿਤਾ, ਸਾਰਾ ਸਰਬੰਸ ਵਾਰ ਦਿੱਤਾ, ਮਾਤਾ ਪਿਤਾ ਵਾਰ ਦਿੱਤੇ। ਜੇ ਅੱਜ ਦੇ ਸਿੱਖ ਕੋਲ ਗੁਰੂ ਦੀ ਗੱਲ ਸੁਣਨ ਦਾ ਸਮਾਂ ਨਹੀਂ ਤਾਂ ਖਿਮਾ ਕਰਨਾ, ਆਪਣੇ ਆਪ ਨੂੰ ਸਿੱਖ ਮੰਨਣਾ ਉਹਦੇ ਲਈ ਗਲਤੀ ਹੋਏਗੀ। ਜਦੋਂ ਗੁਰੂ ਦੀ ਕੋਈ ਗੱਲ ਨਹੀਂ ਸੁਣ ਸਕਦਾ, ਗੁਰੂ ਦਾ ਇਤਿਹਾਸ ਨਹੀਂ ਸੁਣ ਸਕਦਾ, ਸਿੱਖ ਕਹਿਲਾਉਣ ਦੇ ਯੋਗ ਨਹੀਂ ਹੈ। ਗੁਰੂ ਕਿਰਪਾ ਕਰੇ, ਆਪ ਇਸ ਗੱਲ ਦਾ ਸਬੂਤ ਦੇ ਰਹੇ ਹੋ ਕਿ ਅਸੀਂ ਗੁਰੂ ਕੇ ਸਿੱਖ ਹਾਂ, ਗੁਰੂ ਦੀ ਗੱਲ ਸੁਣ ਰਹੇ ਹਾਂ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਵਾਸਤੇ। ਆਓ ਕਲਗੀਧਰ ਪਾਤਸ਼ਾਹ ਮਿਹਰ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਦੇ 11ਵੇਂ ਸਰੂਪ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠੇ ਹੋ। ਸਰਗੁਰਾਂ ਦਾ ਇਤਿਹਾਸ ਚੱਲ ਰਿਹਾ ਹੈ। ਖਿਦਰਾਣੇ ਦੀ ਢਾਬ ਵੱਲ ਸਤਿਗੁਰੂ ਵੱਧ ਰਹੇ ਨੇ। ਰਸਤੇ ਦੇ ਕੌਤਕ ਜਿਵੇਂ ਹੋ ਰਹੇ ਨੇ, ਸੁਣਨਾ ਕਰੋ ਜੀ। ਵਾਹਿਗੁਰੂ ਜੀਓ ਦੋਹਰਾ, ਚੜ੍ਹ ਤਹਿ ਤੇ ਸ਼੍ਰੀ ਸਤਿਗੁਰੂ। ਮਹਾਰਾਜ ਸਾਹਿਬ ਜੀ ਪੜਾਅ ਦਰ ਪੜਾਅ ਅੱਗੇ ਚੱਲੇ ਹਨ ਤੇ ਚੜ੍ਹ ਤਹਿ ਤੇ ਸ਼੍ਰੀ ਸਤਿਗੁਰੂ। ਗਰੀਬ ਨਵਾਜ਼ ਅੱਗੇ ਸਵਾਰ ਹੋਏ, ਪਿਛਲੇ ਨਗਰ ਤੋਂ ਅੱਗੇ ਨੂੰ ਤੁਰਨ ਲੱਗੇ ਹਨ। ਲੈ ਖਾਨੇ ਕੋ ਸੰਗ, ਤੇ ਜੋ ਰਸਤਾ ਦੱਸਣ ਵਾਲਾ, ਜਿਸ ਦਾ ਨਾਮ ਖਾਨ ਹੈ, ਉਹਨੂੰ ਨਾਲ ਲੈ ਕਰਕੇ
ਕਿ ਖਦਰਾਣੇ ਦੀ ਢਾਬ ਦਾ ਰਸਤਾ ਦੱਸੇਗਾ। ਤੇ ਇਹ ਕਪੂਰੇ ਦੇ ਕੋਲੋਂ ਲਿਆ ਸੀ। ਕਪੂਰੇ ਨੇ ਸਿਖਾ ਬੁਝਾ ਕੇ ਭੇਜਿਆ ਸੀ। ਰਮਿਆਣਾ ਜੋ ਗ੍ਰਾਮ ਹੈ, ਰਮਿਆਣਾ ਨਾਮ ਦਾ ਨਗਰ ਹੈ ਸਾਧ ਸੰਗਤ ਜੀ। ਉੱਥੇ ਸਤਿਗੁਰੂ ਜੀ ਪਹੁੰਚੇ। ਤਿਤ ਕੋ ਤੋਰ ਤੁਰੰਗ, ਉਧਰ ਵੱਲ ਨੂੰ ਸਤਿਗੁਰਾਂ ਨੇ ਤੁਰੰਗ ਕਹੀਏ ਘੋੜੇ ਤੋੜ ਦਿੱਤੇ ਹਨ ਜੀ। ਚੌਪਈ ਕੇਤਕ ਚਲ ਜਬ ਆਗੇ ਗਏ, ਕਿੰਨਾ ਕੁ ਚੱਲ ਕੇ ਜਦੋਂ ਸਤਿਗੁਰੂ ਜੀ ਅੱਗੇ ਗਏ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਬਹੁ ਉਦਿਆਨ ਬਲੋਕਤ ਭਏ, ਬੜਾ ਉਦਿਆਨ ਰੋਹੀ ਬਿਹਾਵਾਨ ਜੰਗਲ ਵੇਖਿਆ। ਇਲਾਕਾ ਹੀ ਜਗ੍ਹਾ ਦਾ ਸੀ ਸਾਧ ਸੰਗਤ ਜੀ। ਤਾਂ ਸਤਿਗੁਰਾਂ ਦੀ ਕਿਰਪਾ ਹੋਈ ਹੈ ਤੇ ਉਹ ਜੰਗਲ ਦਾ ਇਲਾਕਾ ਦੇਖ ਕਰਕੇ, ਰੋਹੀ ਬਿਹਾਵਾਨ ਦੇਖ ਕਰਕੇ ਨਿਕਟ ਗ੍ਰਾਮ ਕੇ ਜਾਏ ਪਹੁੰਚੇ, ਇੱਕ ਨਗਰ ਦੇ ਨੇੜੇ ਜਾ ਪਹੁੰਚੇ ਹਨ। ਖਰੇ ਕਰੀਰ ਪੀਲ ਤਰ ਮੂਚੇ, ਮੂਚੇ ਨਾਮ ਵਿਸਥਾਰ ਵਾਲੇ ਬਹੁਤ ਸਾਰੇ ਕਰੀਰ ਜਿਹੜੇ ਸੀ ਉਹ ਵੇਖੇ ਹਨ। ਪੀਲੂ ਦੇ ਦਰਖਤ ਹਨ, ਇਹ ਬਹੁਤੇ ਹੁੰਦੇ ਸੀ ਮਾਲ ਵਿੱਚ ਸਾਧ ਸੰਗਤ ਜੀ। ਇਹਨਾਂ ਨੂੰ ਦੇਖਣਾ ਕੀਤਾ ਹੈ। ਤੈਂ ਇੱਕ ਰਾਹਕ ਤੋਰਤ ਡੇਲੇ, ਉੱਥੇ ਇੱਕ ਰਾਹਕ ਨਾਮ ਹੈ ਜ਼ਿਮੀਂਦਾਰ ਦਾ। ਇੱਕ ਜ਼ਿਮੀਂਦਾਰ ਬੜਾ ਗਰੀਬ, ਉਹ ਕਰੀਰਾਂ ਦੇ ਨਾਲ ਤੋਂ ਡੇਲੇ ਤੋੜ ਰਿਹਾ। ਬਰੀਕ ਬਰੀਕ ਹੁੰਦੇ ਆ ਸਾਧ ਸੰਗਤ ਜੀ, ਅਚਾਰ ਪੈਂਦਾ ਹੈ ਤੇ ਇਸ ਪ੍ਰਕਾਰ ਦਾ ਇਹ ਫਲ ਹੈ, ਮਾਲ ਵਿੱਚ ਵਾਲਾ ਹੁੰਦਾ ਹੈ। ਪਾਵਤ ਝੋਰੀ ਮੈਂ ਬਹੁ ਲੈ ਲੈ, ਉਹਨੇ ਲੈ ਲੈ ਕੇ ਬਹੁਤ ਸਾਰੇ ਡੇਲੇ ਜਿਹੜੇ ਨੇ ਉਹ ਝੋਲੀ ਦੇ ਵਿੱਚ ਪਾ ਲਏ। ਸ਼੍ਰੀ ਸਤਿਗੁਰ ਸੋ ਜਾਏ ਨਿਹਾਰਾ, ਸਤਿਗੁਰੂ ਜੀ ਨੇ ਨੇੜੇ ਜਾ ਕੇ ਉਸ ਨੂੰ ਨਿਹਾਰਾ ਨਾਮ ਹੈ ਵੇਖਣ ਦਾ। ਨੇੜੇ ਜਾ ਕੇ ਤੱਕਿਆ, ਦੇਖਿਆ ਹੈ। ਨਿਕਟ ਗਏ ਇਮ ਬਾਕ ਉਚਾਰਾ, ਨਿਕਟ ਨੇੜੇ ਗਏ ਉਹਦੇ ਜ਼ਿਮੀਂਦਾਰ ਦੇ। ਇਮ ਬਚਨ ਉਚਾਰਾ, ਇਸ ਪ੍ਰਕਾਰ ਬਚਨ ਕੀਤਾ। ਕਿਆ ਤੂੰ ਕਰੈ ਤਰਨ ਮੈਂ ਫਿਰੈ, ਤੇ ਮਹਾਰਾਜ ਸਾਹਿਬ ਕਹਿੰਦੀ ਕਿਆ ਤੂੰ ਕਰੈ, ਜ਼ਿਮੀਂਦਾਰਾ ਕੀ ਕਰਦਾ ਹੈ? ਤਰਨ ਮੈਂ ਫਿਰੈ, ਦਰਖਤਾਂ ਦੇ ਵਿੱਚ ਫਿਰਦਾ ਹੈ। ਕਿਆ ਝੋਲੀ ਮੈਂ ਪਾਵਨ ਕਰੈ, ਇਹ ਝੋਲੀ ਦੇ ਵਿੱਚ ਕੀ ਪਾ ਰਿਹਾ ਤੂੰ? ਰਾਹਕ ਬੋਲਿਓ ਫਲ ਇਨ ਤੋਰ, ਮਹਾਰਾਜ ਮੈਂ ਇਹਨਾਂ ਵਿਰਸ਼ਾਂ ਦੇ ਕਰੀਰਾਂ ਦੇ ਫਲ ਤੋੜ ਰਿਹਾ, ਡੇਲੇ ਤੋੜ ਰਿਹਾ ਹਾਂ। ਲੈ ਜਾਹੂੰ ਇਨ ਖੈਬੇ ਲੋਰ, ਸਾਨੂੰ ਮਾਰੀ ਲੋੜ ਹੈ। ਰਾਰਾ ਤੇ ੜਾੜਾ ਅੱਖਰ, ਇਹ ਸਵਰਨੀ ਅੱਖਰ ਨੇ ਸਾਧ ਸੰਗਤ ਜੀ। ਲੋਰ ਲਿਖਿਆ ਹੈ ਤੇ ਜਿਸ ਵੇਲੇ ਅਰਥ ਕਰਨਾ ਹੈ ਇੱਕ ਦੂਜੇ ਦਾ ਸਥਾਨ ਲੈ ਲੈਂਦੇ ਹੈ। ਕਾਵ ਰਚਨਾ ਦੇ ਅਨੁਸਾਰ, ਰੂਪ ਦੀ ਪਿੰਗਲ ਦੇ ਅਨੁਸਾਰ, ਵਿਆਕਰਨ ਦੇ ਅਨੁਸਾਰ ਕਵੀ ਲੋਕ ਇਸ ਗੱਲ ਦਾ ਖਿਆਲ ਰੱਖਦੇ ਹੈ। ਉਸ ਵੇਲੇ ਫਿਰ ਉਸ ਤਰ੍ਹਾਂ ਦੇ ਅੱਖਰ ਮਾਤਰਾ ਵਰਤ ਲੈਂਦੇ ਆ। ਰਾਰਾ ਅੱਖਰ ਵਰਤਿਆ ਪਰ ਰਾੜੇ ਦਾ ਥਾਂ ਲੈ ਕੇ ਅਰਥ ਹੋਵੇਗਾ। ਰਾਰੇ ਥਾਂ ਰਾੜਾ ਮੰਨਿਆ ਜਾਏਗਾ। ਲੋੜ, ਇਹਦੀ ਬੜੀ ਲੋੜ ਹੈ ਮਹਾਰਾਜ ਪਰਿਵਾਰ ਨੂੰ। ਹਮੇ ਦਿਖਾਵੋ ਸ਼੍ਰੀ ਪ੍ਰਭ ਭਾਖਾ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ, ਕਹਿੰਦੇ ਹਮੇ ਦਿਖਾਵੋ, ਜੋ ਤੇਰੀ ਝੋਲੀ ਵਿੱਚ ਹੈ ਜ਼ਿਮੀਂਦਾਰਾ ਇਹ ਮੈਨੂੰ ਤਾਂ ਵਿਖਾ ਜਰਾ ਕੁ। ਜਿਹੜਾ ਫਲ ਤੂੰ ਕਹਿੰਦੇ ਵੀ ਖਾਣ ਵਾਸਤੇ ਇਹ ਪਰਿਵਾਰ ਨੂੰ ਲੈ ਕੇ ਜਾਣਾ, ਮੈਨੂੰ ਵੀ ਵਿਖਾ ਥੋੜਾ ਜਿਹਾ। ਦਈ ਮੁਸ਼ਟ ਪਰ ਇੱਕ ਮੁਖ ਚਾਖਾ, ਉਹ ਮੁੱਠੀ ਭਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਕੀਤਾ। ਮਹਾਰਾਜ ਸਾਹਿਬ ਜੀ ਨੇ ਉਹਦੇ ਚੋਂ ਇੱਕ ਫਲ ਜ਼ਿਮੀਂਦਾਰ ਦੇ ਕੋਲੋਂ ਡੇਲਾ ਲੈ ਕੇ ਮੂੰਹ ਵਿੱਚ ਪਾ ਲਿਆ ਹੈ। ਇਹ ਤੋ ਕਟਕ ਡਾਰ ਦਿਓ ਚੀਨਾ, ਡੇਲੇ ਆਮ ਕਰਕੇ ਕੌੜੇ ਹੁੰਦੇ ਤਾਂ ਚੋਜ ਸੀ ਮਹਾਰਾਜ ਦਾ। ਉਹ ਥੁੱਕ ਦਿੱਤਾ, ਕਹਿਣ ਲੱਗੇ ਉਹ ਤੂੰ ਆਹ ਫਲ ਇਕੱਠੇ ਕਰਦਾ ਫਿਰਦਾ ਤਾਂ ਕੌੜੇ ਨੂੰ ਬਹੁਤ, ਕਹਿੰਦੇ ਛੱਡਦੇ ਨਹੀਂ, ਖਾਣ ਦੇ ਯੋਗ ਹੈ। ਇਹ ਬਚਨ ਕੀਤਾ ਮਹਾਰਾਜ ਨੇ। ਚੌਥੇ ਭਾਗ ਗੇਰ ਤਿੰਨ ਦੀਨਾ, 3 ਹਿੱਸੇ ਰੱਖ ਲਏ, ਇੱਕ ਹਿੱਸਾ ਸਿੱਟ ਦਿੱਤਾ। ਮਹਾਰਾਜ ਵੇਖਦੇ ਆ ਵੀ ਸਾਰੇ ਨਹੀਂ ਸਿੱਟੇ। ਪੁਨ ਗੁਰ ਭਣਿਓ ਗੇਰ ਦਿਓ ਸਾਰੇ, ਮਹਾਰਾਜ ਕਹਿੰਦੇ ਭਾਈ ਸਾਰੇ ਹੀ ਸਿੱਟ ਦੇ, ਇਹ ਰੱਖਣੇ ਨਹੀਂ ਹੈ ਕੋਈ ਵੀ,
ਇਹਨੂੰ ਸਾਰਿਆਂ ਨੂੰ ਸੁੱਟ ਦੇ। ਸੁਨ ਰਾਹਕ ਆਦੇ ਪੁਨ ਡਾਰੇ। ਫਿਰ ਦੂਈ ਵਾਰ ਬਚਨ ਕਰਨ ਤੋਂ ਅੱਧੇ ਕੁ ਸਿੱਟ ਦਿੱਤੇ, ਅੱਧੇ ਕੁ ਰੱਖ ਲਏ। ਪਣੈ ਪ੍ਰਭੂ ਧਰ ਡਾਰੋ ਸਬੈ। ਮਹਾਰਾਜ ਸਾਹਿਬ ਜੀ ਕਹਿੰਦੇ ਜ਼ਿਮੀਂਦਾਰਾ ਸਾਰੇ ਕਿਹਾ ਤੈਨੂੰ, ਤੂੰ ਫੇਰ ਰੱਖੀ ਜਾਂਦਾ। ਤੀਸਰੀ ਵਾਰ ਬਚਨ ਕਰਦੇ ਆ, ਸਾਰੇ ਸਿੱਟ ਦੇ, ਇਹ ਰੱਖਣੇ ਨਹੀਂ ਹਨ। ਸੁਨ ਰਾਹਕ ਕੁਛ ਗੇਰੇ ਤਬੈ। ਫੇਰ ਵੀ ਗੇਰ ਤਾਂ ਦਿੱਤੇ ਕੁਛ, ਪਰ ਆਪਣੀ ਮਰਜ਼ੀ ਫੇਰ ਕਰ ਗਿਆ ਤੀਸਰੀ ਵਾਰੀ ਵੀ। ਝੋਰੀ ਮੈਂ ਰਾਖੇ ਜਬ ਹੇਰੇ। ਮਹਾਰਾਜ ਸਾਹਿਬ ਨੇ ਦੇਖਿਆ ਵੀ ਚੌਥੇ ਹਿੱਸੇ ਦੇ ਰੱਖ ਲਏ, 3 ਹਿੱਸੇ ਸਿੱਟੇ ਨੇ ਇਸਨੇ, 3 ਬਚਨ ਕੀਤੇ ਐ। ਪੁਨ ਗੁਰ ਕਹਿਓ ਕਿਉਂ ਨਾ ਸਭ ਗੇਰੇ। ਮਹਾਰਾਜ ਕਹਿੰਦੇ ਉਹ ਤੈਨੂੰ 3 ਵਾਰ ਮੌਕਾ ਦਿੱਤਾ, ਤੂੰ ਸਾਰੇ ਕਿਉਂ ਨਹੀਂ ਸਿੱਟੇ? ਇਹ ਰੱਖੇ ਕਾਹਦੇ ਵਾਸਤੇ ਆ ਜਿਹੜੇ ਰੱਖੇ ਨੇ? ਬਚਨ ਮੰਨਣ ਦੇ ਵਿੱਚ ਇਹ ਸਾਧ ਸੰਗੀ ਭਲਾ ਹੋਇਆ ਕਰਦਾ ਹੈ, ਗੁਰੂ ਪੀਰਾਂ ਦਾ ਬਚਨ ਹੀ ਹੁੰਦਾ ਹੈ। ਕਿਉਂ ਰੱਖੇ ਨੇ? ਮਹਾਰਾਜ ਸਾਹਿਬ ਜੀ ਕਹਿੰਦੇ ਰਾਹਕ ਕਹਿ ਕੁਟੰਬ ਜੋ ਮੇਰਾ। ਮਹਾਰਾਜ ਜਿਹੜਾ ਮੇਰਾ ਕੁਟੰਬ ਕਹੀਏ ਪਰਿਵਾਰ ਹੈ, ਕਿਆ ਖੈ ਹੈ ਹੋਏ ਸ਼ੁੱਧਤ ਕਨੇਰਾ। ਭੁੱਖ ਲੱਗੀ ਹੈ, ਅਨਾਜ ਮਿਲਦਾ ਨਹੀਂ, ਕਾਲ ਪਿਆ ਹੋਇਆ, ਡੇਲੇ ਤੋੜੇ ਨੂੰ ਤੁਸੀਂ ਛਡਾ ਦਿੱਤੇ। ਇਹ ਇੰਨੇ ਕੁ ਮੈਂ ਰੱਖੇ, ਚਲੋ ਜਵਾਕ ਖਾ ਲੈਣਗੇ, ਭੁੱਖੇ ਬੈਠਾ ਟੱਬਰ ਮੇਰਾ। ਕਰਹਿ ਪਕਾਵਨ ਲੈ ਸਭ ਖੈ ਇਹਨਾਂ ਨੂੰ ਹੈ। ਪਕਾ ਕੇ ਅੱਗ ਦੇ ਉੱਤੇ ਖਾ ਲੈਣਗੇ ਉਬਾਲ ਕੇ। ਇਮ ਗੁਜ਼ਰਾਨੀ ਸਮਾਂ ਬਤੈ ਹੈ। ਇਉਂ ਮਹਾਰਾਜ ਸਾਹਿਬ ਜੀ ਅਸੀਂ ਆਪਣਾ ਗਰੀਬੀ ਦਾ ਸਮਾਂ, ਭੁੱਖ ਦਾ ਸਮਾਂ ਇਹਨਾਂ ਬਿਰਛਾਂ ਦੇ ਫਲਾਂ ਦੇ ਨਾਲ ਉਬਾਲ ਕੇ ਖਾ ਕੇ ਕੱਟਦੇ ਆ। ਅੰਨ ਮਿਲਦਾ ਨਹੀਂ। ਸਬਨ ਸੁਨਾਏ ਗੁਰੂ ਤਬ ਭਾਖਾ। ਸਾਰਿਆਂ ਨੂੰ ਸੁਣਾ ਕਰਕੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਆਪਣੇ ਅੰਮ੍ਰਿਤ ਰਸਨਾ ਤੋਂ ਬਚਨ ਭਾਖਾ ਕੀ ਉਚਾਰਨ ਕੀਤਾ ਜੀ। ਚੌਥੋ ਭਾਗ ਦੁਰਭੇਛ ਕੋ ਰਾਖਾ। ਮਹਾਰਾਜ ਕਹਿੰਦੇ ਉਹ ਜ਼ਿਮੀਂਦਾਰਾ ਅਸੀਂ ਤਾਂ ਮਾਲਵੇ ਦੇ ਵਿੱਚੋਂ ਕਾਲ ਨੂੰ ਕੱਢਣ ਲੱਗੇ ਸੀ, ਅਸੀਂ ਤੁਹਾਡੀ ਗਰੀਬੀ ਕੱਢਣੀ ਸੀ, ਇਹ ਤੂੰ ਚੌਥੇ ਹਿੱਸੇ ਦਾ ਕਾਲ ਰੱਖ ਲਿਆ ਹੈ। ਗਜ਼ਬ ਕੀਤਾ ਤੂੰ, ਬਚਨ ਨਾ ਮੰਨਿਆ। ਅੱਜ ਗੁਰੂ ਤੁੱਠਾ ਸੀ ਮਾਲਵੇ ਨੂੰ ਭਾਗ ਲਾਉਣ ਵਾਸਤੇ, ਪਰ ਤੇ ਤੋਂ ਵੱਡੀ ਗਲਤੀ ਹੋ ਗਈ ਜਿਹੜਾ 3 ਵਾਰੀ ਬਚਨ ਮੋੜ ਦਿੱਤਾ। ਹਮ ਚਾਹਤ ਇਸ ਦੇਸ਼ ਮਝਾਰੀ। ਅਸੀਂ ਚਾਹੁੰਦੇ ਸੀ ਇਸ ਦੇਸ਼ ਦੇ ਮਝਾਰੀ ਕਹੀਏ ਵਿੱਚ ਕਬ ਦੁਰਭੇਛ ਨਾ ਪਰਹਿ ਅਗਾਰੀ। ਕਿ ਅੱਗੇ ਤੋਂ ਤੇਰੇ ਵਰਗਿਆਂ ਨੂੰ ਡੇਲੇ ਨਾ ਤੋੜਨੇ ਪੈਣ। ਤਾਂ ਸਟਾਏ ਸੀ ਕਿ ਮੁੜ ਕੇ ਗਰੀਬੀ ਦੇ ਕਾਰਨ ਤੁਹਾਨੂੰ ਕਿਤੇ ਪਰਿਵਾਰਾਂ ਵਾਸਤੇ ਬਿਰਛਾਂ ਦੇ ਫਲ ਤੋੜ ਕੇ ਗੁਜ਼ਾਰਾ ਨਾ ਕਰਨਾ ਪਵੇ। ਕਾਲ ਨੂੰ ਕੱਢਣ ਆਏ ਸੀ ਅਸੀਂ ਤਾਂ। ਬਰਿਆਈ ਇਸ ਰਾਹਕ ਰਾਖਿਓ। ਓਏ ਜ਼ਿਮੀਂਦਾਰਾ ਤੈਂ ਬੁਰਾਈ ਰੱਖ ਲਈ, ਇਹ ਚੌਥਾ ਹਿੱਸਾ ਰੱਖ ਕੇ ਤੂੰ ਬੜਾ ਗਜਬ ਕੀਤਾ। ਮਾਨਿਓ ਬਾਕ ਨਾ ਜੋ ਹਮ ਭਾਖਿਓ। ਤੂੰ ਭਾਈ ਬਚਨ ਨਹੀਂ ਮੰਨਿਆ, ਜਿਹੜਾ ਗੁਰੂ ਨੇ ਕਿਹਾ ਉਹ ਬਚਨ ਉਲੱਦ ਦਿੱਤਾ। ਬਚਨ ਮੰਨਦਾ ਰਿਹਾ, ਥੋੜੇ ਥੋੜੇ ਸਿੱਟਦਾ ਰਿਹਾ। 3 ਹਿੱਸੇ ਬਚਨ ਮੰਨਿਆ, 1 ਹਿੱਸਾ ਨਹੀਂ ਮੰਨਿਆ। ਹੁਣ ਉਨਾ ਕੁ ਕਾਲ ਰਹੂਗਾ ਤੁਹਾਡੇ ਇਸ ਇਲਾਕੇ ਵਿੱਚ। ਜੇਕਰ ਡੇਲੇ ਗੇਰਤ ਸਾਰੇ। ਜ਼ਿਮੀਂਦਾਰਾ ਜੇ ਤੂੰ ਬਚਨ ਮੰਨ ਕੇ ਸਾਰੇ ਡੇਲੇ ਸੁੱਟ ਦਿੰਦਾ, ਹੋਤ ਅਨਾਜ ਅਨੇਕ ਪ੍ਰਕਾਰੇ। ਇਹ ਡੇਲੇ ਸੱਟਣ ਦਾ ਫਲ ਇਹ ਹੋਣਾ ਸੀ ਕਿ ਇੱਥੇ ਅਨੇਕਾਂ ਪ੍ਰਕਾਰ ਦਾ ਅੰਨ ਹੋਇਆ ਕਰਨਾ ਸੀ। ਤੇ ਹੁਣ ਹੋਊਗਾ ਤਾਂ ਹੁਣ ਵੀ, ਪਰ ਚੌਥੇ ਹਿੱਸੇ ਦਾ ਕਾਲ ਰੱਖ ਲਿਆ ਹੈ। 3 ਹਿੱਸੇ ਪ੍ਰਫੁੱਲਤ ਹੋਣਗੇ। ਰਹਿਤ ਭਲੋ ਸੁਰ ਪਿਛ ਹਮੇਸ਼ੂ। ਤੇ ਚਲੋ ਫਿਰ ਵੀ ਦੁਰਭਿੱਖ ਦੇ ਥਾਂ ਤੇ ਸੁਰਭਿੱਖ ਜਿਹੜੀ ਚੰਗਾ ਸਮਾਂ ਰਹੂਗਾ, ਮਹਾਰਾਜ ਨੇ ਵਰ ਦਿੱਤਾ। ਇਨ ਤੇ ਅੰਨ ਖਾਹੇ ਬਹੁ ਦੇਸ਼ੂ। ਬਹੁਤ ਸਾਰੇ ਹੋਰ ਇਲਾਕਿਆਂ ਦੇ ਅੰਨ ਲਿਆ ਕਰਨਗੇ ਮਾਲਵੇ ਤੋਂ। ਫਿਰ ਵੀ ਵਰ ਦਿੱਤਾ ਮਹਾਰਾਜ ਨੇ। ਅਬ ਵੀ ਤੀਨੋਂ ਭਾਗ ਸੋ ਕਾਲ। ਤੇ ਹੁਣ ਵੀ 3 ਹਿੱਸੇ ਜਿਹੜਾ ਕਾਲ ਹੈ, ਛਿਤ ਮੈਂ ਉਪਜੇ ਅੰਨ ਬਸਾਲ। ਤੇ ਉਹ ਹੁਣ 3 ਹਿੱਸੇ ਅੰਨ ਉਪਜੂਗਾ। ਜਿਹਨੇ 3 ਹਿੱਸੇ ਡੇਲੇ ਸਿੱਟੇ ਨੇ, ਬੇਅੰਤ ਪ੍ਰਕਾਰ ਦਾ ਅੰਨ ਹੋਏਗਾ। ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਦੇ ਵਚਨ ਸਤ ਹੋਏ।
ਮਾਲਵੇ ਨੂੰ ਭਾਗ ਲੱਗੇ ਇਹਨਾਂ ਵਚਨਾਂ ਦੇ ਕਾਰਨ ਹੈ। ਬਾਕ ਬਲਾਸ ਕਰਤ ਇਮ ਗਏ। ਇਉਂ ਬਾਕ ਬਿਲਾਸ ਬਚਨ ਕਰਦੇ ਹੋਏ, ਬਚਨ ਵਿਲਾਸ ਕਰਦੇ ਹੋਏ, ਖੁਸ਼ੀ ਦੇ ਵਚਨ। ਜਾਏ ਗ੍ਰਾਮ ਟਿਕ ਉਤਰਤ ਅੱਗੇ ਭਏ। ਨਗਰ ਆਇਆ ਹੈ, ਉਸ ਨਗਰ ਵਿੱਚ ਉਤਾਰਾ ਕੀਤਾ। ਮਾਝੇ ਮੈਂ ਗੁਰ ਕੀ ਸੁਧ ਸੁਣੀ। ਮਾਝੇ ਦੇ ਇਲਾਕੇ ਵਿੱਚ ਗੁਰੂ ਸਾਹਿਬ ਦੀ ਸੁੱਧ ਕਹੀਏ ਖਬਰ ਸੁਣੀ ਗਈ ਕਿ ਗੁਰੂ ਸਾਹਿਬ ਜਿਨ੍ਹਾਂ ਨੇ ਅਨੰਦਪੁਰ ਸਾਹਿਬ 8 ਮਹੀਨੇ ਘੇਰਾ ਤੁਰਕਾਂ ਨੇ ਰੱਖਿਆ, ਦਿੱਲੀ ਦੀ ਫੌਜ ਔਰ ਸੂਬੇਦਾਰਾਂ ਨੇ ਹੋਰ ਇਲਾਕਿਆਂ ਦੀਆਂ ਫੌਜਾਂ, ਤੇ ਗੁਰੂ ਸਾਹਿਬ ਨੇ ਲੋਹੇ ਦੇ ਚਣੇ ਚਬਾ ਦਿੱਤੇ, ਬੇਈਮਾਨੀ ਨਾਲ ਕਿਲ੍ਹਾ ਖਾਲੀ ਕਰਾਇਆ। ਫਿਰ ਚਮਕੌਰ ਸਾਹਿਬ 10 ਲੱਖ ਦਾ ਘੇਰਾ ਗੁਰੂ ਉਹਦੇ ਵਿੱਚੋਂ ਵੀ ਨਿਕਲ ਗਿਆ। ਹੁਣ ਸਾਡੇ ਇਸ ਇਲਾਕੇ ਮਾਲਵੇ ਵਿੱਚ ਆਇਆ ਹੈ। ਮਾਝੇ ਵਿੱਚ ਖਬਰਾਂ ਪਹੁੰਚੀਆਂ ਜਥਾ ਜੰਗ ਭੇ ਸੈਨਾ ਹਨੀ। ਜਿਨ੍ਹਾਂ ਨੇ ਜੰਗ ਕਰਕੇ ਬਹੁਤ ਸੈਨਾ ਜਿਹੜੀ ਆ ਨਾਸ ਕਰ ਦਿੱਤੀ ਹੈ। ਜਥਾ ਆਨੰਦਪੁਰ ਸ਼ੋਰ ਸਿਧਾਰੇ। ਜਿਵੇਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਹਨ। ਸਾਹਿਬ ਜਾਦੇ ਚਾਰ ਮਾਰੇ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਕਲਗੀਧਰ ਪਾਤਸ਼ਾਹ ਦੇ। ਜੰਗਲ ਦੇਸ਼ ਪਰਵੇਸ਼ੇ ਜਾਏ। ਇਹ ਜੰਗਲ ਦਾ ਇਲਾਕਾ ਸੀ, ਇਹਨੂੰ ਜੰਗਲ ਦੇਸ਼ ਹੀ ਕਹਿੰਦੇ ਸੀ ਸਾਧ ਸੰਗਤ ਜੀ ਪੁਰਾਣੇ ਸਮੇਂ 'ਚ। ਇਹਦਾ ਗੁਰੂ ਸਾਹਿਬ ਨੇ ਦਮਦਮਾ ਸਾਹਿਬ ਬੈਠ ਕੇ ਇਹਨੂੰ ਗੁਰੂ ਕਾ ਮਾਲਵਾ ਮਾਣ ਦਿੱਤਾ ਹੈ ਔਰ ਉਸ ਥਾਂ ਨੂੰ ਗੁਰੂ ਕੀ ਕੰਸੀ ਵਰ ਦਿੱਤਾ। ਨਹੀਂ ਤਾਂ ਸਾਧ ਸੰਗਤ ਜੀ ਕੰਸੀ ਜਿਹੜੀ ਹੈ ਉਹ ਬਨਾਰਸ ਦੇ ਅੰਦਰ ਵਿਦਿਆ ਦੀ ਟਕਸਾਲ ਸਤਯੁਗ ਤੋਂ ਚਲੀ ਆ ਰਹੀ। ਗੁਰੂ ਸਾਹਿਬ ਨੇ ਉਹਦੇ ਮੁਕਾਬਲੇ ਦੇ ਵਿੱਚ ਇਹ ਹੈ ਪ੍ਰਗਟ ਹਮਾਰੀ ਕੰਸੀ ਕਹਿ ਦਿੱਤਾ। ਇਹ ਪ੍ਰਗਟ ਸਾਡੀ ਕੰਸੀ ਹੈ। ਪੜ੍ਹੇ ਇਹਾਂ ਢੋਰ ਮਤਰਾਸੀ, ਇੱਥੇ ਬੜੀ ਬੜੀ ਬੈਲ ਬੁੱਧੀ ਵਾਲੇ ਵਿਦਵਾਨ ਬਣਨਗੇ। ਤੇ ਅੱਜ ਦੇ ਕੁਝ ਵਿਦਵਾਨ ਇਸ ਗੱਲ ਤੋਂ ਮੁਨਕਰ ਹੋਣ ਲੱਗੇ ਜੀ ਦਮਦਮਾ ਸਾਹਿਬ ਤਾਂ ਗੁਰੂ ਸਾਹਿਬ ਨੇ ਬੀੜੇ ਨਹੀਂ ਉਚਾਰਨ ਕੀਤੀ ਜੀ, ਉਹ ਤਾਂ ਦਮਦਮਾ ਸਾਹਿਬ ਆਨੰਦਪੁਰ ਸਾਹਿਬ ਹੈ ਕਿ ਨਵੀਆਂ ਨਵੀਆਂ ਗੱਲਾਂ ਕਰਦੇ। ਤੇ ਕੋਈ ਵਿਸ਼ਵਾਸ ਕਰਨ ਦੀ ਲੋੜ ਨਹੀਂ। ਸਰੋਤ ਨਾ ਆਪਣੇ ਕੋਲ ਜਿਹਨਾਂ ਸਰੋਤਾਂ 'ਚ ਲਿਖਿਆ ਹੋਇਆ। ਤੇ ਮਹਾਰਾਜ ਸਾਹਿਬ ਜੀ ਨੇ ਦਮਦਮਾ ਸਾਹਿਬ ਨੂੰ ਤਖਤ ਹੋਣ ਦਾ ਮਾਣ ਦੇਣਾ ਔਰ ਇੱਥੇ ਮਹਾਰਾਜ ਸਾਹਿਬ ਜੀ ਨੇ ਬਹੁਤ ਕੌਤਕ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1 ਓਂਕਾਰ ਤੋਂ 18 ਦਸਵੀਸ ਤੱਕ ਰਸਨਾ ਤੋਂ ਰਸਨਾਗਰੀ ਉਚਾਰਨ ਕੀਤਾ। ਭਾਈ ਮਨੀ ਸਿੰਘ ਸਾਹਿਬ ਨੂੰ ਲਿਖਾਰੀ ਲਾਇਆ। ਸੋ ਇਤਿਹਾਸਕ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹੁਣੇ ਮਾਝੇ ਦੇ ਸਿੱਖ ਆਪਸ ਵਿੱਚ ਹੀ ਗੱਲਾਂ ਕਰਦੇ ਕਿ ਜਿਨ੍ਹਾਂ ਨੇ ਤੁਰਕਾਂ ਦੇ ਨਾਲ ਬੜਾ ਭਾਰੀ ਜੰਗ ਕੀਤਾ, ਚਾਹੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਜੰਗਲ ਦੇਸ਼ ਪਰਵੇਸ਼ੇ ਜਾਏ। ਉਹ ਗੁਰੂ ਅੱਜ ਜੰਗਲ ਦੇਸ਼ ਵਿੱਚ ਪ੍ਰਵੇਸ਼ ਹੋ ਗਏ। ਮਹਾਰਾਜ ਸਾਹਿਬ ਜੀ ਨੇ ਕੰਸੀ ਦੇ ਮੁਕਾਬਲੇ 'ਚ ਗੁਰੂ ਕੀ ਕੰਸੀ, ਮਾਲਵਾ ਦੇਸ਼ ਉਜੈਨ ਦਾ ਇਲਾਕਾ ਸੀ ਜਿਹੜਾ ਸਾਧ ਸੰਗਤ ਜੀ ਇੰਦੌਰ ਦੇ ਇਰਦੋ ਗਿਰਦੇ ਸਾਰੇ ਇਲਾਕੇ ਨੂੰ ਮਾਲਵਾ ਸੱਚ ਇਹ ਹਿੰਦੁਸਤਾਨ ਦੇ ਵਿੱਚ ਜਗ੍ਹਾ ਸੀ। ਪਰ ਇਹ ਗੁਰੂ ਕਾ ਮਾਲਵਾ, ਉਹ ਕੰਸੀ, ਇਹ ਗੁਰੂ ਕੀ ਕੰਸੀ। ਇਹ ਵਰ ਦਿੱਤੇ ਸਤਿਗੁਰਾਂ ਨੇ। ਲੱਖੋਂ ਤੁਰਕਨ ਕੇ ਦਲ ਆਏ। ਲੱਖਾਂ ਤੁਰਕਾਂ ਦੇ ਦਲ ਚੜ ਕੇ ਆਈਆਂ ਫੌਜਾਂ। ਸੁਣ ਸੁਣ ਵੱਡ ਅਫਸੋਸ ਕਰਨ ਤੇ। ਸੁਣ ਸੁਣ ਕੇ ਬਹੁਤ ਅਫਸੋਸ ਕੀਤਾ ਹੈ। ਆਪਨ ਆਪ ਕੋ ਤਿਕ ਉਚਰਨ ਤੇ। ਉਹ ਹੁਣ ਆਪਣੇ ਆਪ ਨੂੰ ਤਰਕਾਰਾਂ ਪਾ ਰਹੇ ਹੈ ਕਿ ਤਰਕਾਰ ਹੈ ਜੀ ਸਾਡੇ ਦੁਨੀ ਚੰਦ ਦੇ ਕਹਿਣ ਤੋਂ ਉੱਥੇ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਆ ਗਏ ਵਿਦਾਵੇ ਲਿਖ ਕੇ। ਦੇਸ਼ ਹਮਾਰੋ ਬੇਮੁਖ ਹੋਇ ਕੈ। ਸਾਡੇ ਦੇਸ਼ ਦੇ ਸਿੰਘਾਂ ਨੇ ਕਲੰਕ ਲਾ ਦਿੱਤਾ, ਬੇਮੁਖ ਹੋ ਕੇ ਆ ਗਏ ਨੂੰ ਗੁਰੂ ਤੋਂ। ਦੁਨੀ ਚੰਦ ਕੇ ਸੰਗ ਮਲੈ ਕੈ। ਦੁਨੀ ਚੰਦ ਦੇ ਨਾਲ ਮਿਲ ਕਰਕੇ ਆ ਗਏ ਸੀ। ਭਾਗੇ ਸਤਿਗੁਰ ਕੋ ਤਜ ਆਏ। ਵਿਦਾਵਾ ਲੈ ਕੇ ਸਤਿਗੁਰੂ ਨੂੰ ਛੱਡ ਕੇ ਆ ਗਏ ਸੀ। ਸ੍ਰੀ ਗੁਰ ਕੋ ਕਾਰਜ ਬਿਗਰਾਏ। ਗੁਰੂ ਸਾਹਿਬ ਦਾ ਕਾਰਜ ਅਸੀਂ ਵਿਗਾੜ ਕੇ ਆਏ ਆ, ਕੋਈ ਕਾਰਜ ਨਹੀਂ ਸਵਾਰ ਕੇ ਆਏ। ਇਹ ਪਛਤਾਵਾ ਹੈ ਮਾਝੇ ਦੇ ਸਿੱਖਾਂ ਨੂੰ। ਭਲੇ ਭਲੇ ਸਿੱਖ ਸਭਨ ਧਿਕਾਰੈ। ਜਿਹੜੇ ਚੰਗੇ ਚੰਗੇ ਸਿੱਖ ਸੀ ਉਹਨਾਂ ਨੇ ਕੋਈ ਮੂੰਹ ਨਹੀਂ ਸਿਲਾਇਆ ਇਹਨਾਂ ਨੂੰ। ਸਾਧ ਸੰਗਤ ਜੀ, ਜਦੋਂ ਵੀ ਜਿਹਦੇ ਘਰ ਜਾਂਦੇ ਲੋਕੀ ਬੂਹੇ ਬੰਦ ਕਰ ਲੈਂਦੇ, ਕਹਿੰਦੇ ਗੁਰੂ ਤੋਂ ਬੇਮੁਖ ਹੋ ਕੇ ਆਏ। ਤੇ ਪਾਣੀ ਨਹੀਂ ਦਿੱਤਾ ਕਿਸੇ ਨੇ, ਹੋਰ ਨੇ ਕਿਸੇ ਨੇ ਪਾਣੀ ਕੀ ਦੇਣਾ ਸੀ। ਇਹਨਾਂ ਦੀਆਂ ਸਿੰਘਣੀਆਂ ਨੇ,
ਇਹਨਾਂ ਨੂੰ ਧਰਕਾਰਾਂ ਪਾਈਆਂ, ਇਹਨਾਂ ਨੂੰ 3-4 ਸਵਾਲ ਪੁੱਛੇ ਸਰਦਾਰਾਂ ਨੂੰ ਕਰਕੇ ਆ। ਪਹਿਲਾਂ ਤਾਂ ਖੁਸ਼ ਹੋਈਆਂ ਵੀ ਚਲੋ ਪਤੀ ਘਰ ਆ ਗਏ। ਉਸ ਵੇਲੇ ਕਿਹੜਾ ਅੱਜ ਕੱਲ੍ਹ ਇਹ ਸਾਧਨ ਸੀ, ਅੱਜ ਤਾਂ ਪੂਰੀ ਦੁਨੀਆ ਦੀ ਖਬਰ 1 ਮਿੰਟ 'ਚ ਫੈਲ ਜਾਂਦੀ। ਦੇਖ ਕੇ ਖੁਸ਼ ਹੋਈਆਂ, ਕਹਿਣ ਲੱਗੀਆਂ ਤੁਸੀਂ ਆਏ ਹੋ, ਅਨੰਦਪੁਰ ਦਾ ਮੋਰਚਾ ਫਤਿਹ ਹੋ ਗਿਆ, ਜੰਗ ਜਿੱਤ ਲਿਆ? ਕਹਿੰਦੇ ਨਹੀਂ। ਸਿੰਘਾਂ ਦਾ ਜਵਾਬ ਸੀ ਨਹੀਂ। ਅੱਛਾ ਫਿਰ ਜੰਗ ਅਜੇ ਵੀ ਚੱਲਦਾ ਹੈ? ਕਹਿੰਦੇ ਹਾਂ ਜੰਗ ਅਜੇ ਵੀ ਚੱਲਦਾ। ਤੀਸਰਾ ਸਵਾਲ ਸੀ ਵੀ ਤੁਸੀਂ ਗੁਰੂ ਸਾਹਿਬ ਤੋਂ ਛੁੱਟੀ ਲੈ ਕੇ ਆਏ ਹੋ? ਜਵਾਬ ਇਹਦਾ ਵੀ ਇਹੀ ਸੀ ਨਹੀਂ। ਤਾਂ ਹੁਣ ਚੌਥੀ ਬਾਤ ਤਾਂ ਰਹੀ ਨਾ ਕੋਈ। ਕਹਿੰਦੇ ਵੀ ਦੱਸੋ ਆਏ ਕਿਵੇਂ ਹੋ? ਕਹਿੰਦੇ ਸੱਚੀ ਬਾਤ ਇਹ ਆ ਵੀ ਭੁੱਖ ਦਾ ਦੁੱਖ ਨਹੀਂ ਘੱਟ ਹੋਇਆ, ਅਸੀਂ ਤਾਂ ਗੁਰੂ ਨੂੰ ਲਿਖ ਕੇ ਦੇ ਕੇ ਆਏ ਹਾਂ, ਤੂੰ ਅੱਜ ਤੋਂ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨੇ। ਕਹਿੰਦੇ ਦੇ ਆਏ ਲਿਖ ਕੇ? ਕਹਿੰਦੇ ਦੇ। ਕਹਿੰਦੇ ਵੀ ਜਿਸ ਗੁਰੂ ਨੂੰ ਜਾਮਨ ਲੈ ਕੇ ਅਸੀਂ ਤੁਹਾਡੇ ਨਾਲ ਲਾਵਾਂ ਲਈਆਂ ਸੀ ਵੀ ਤੁਸੀਂ ਸਾਡੇ ਪਤੀ ਤੇ ਅਸੀਂ ਤੁਹਾਡੀਆਂ ਪਤਨੀਆਂ ਲੜ ਫੜਿਆ ਸੀ, ਉਸ ਗੁਰੂ ਨੂੰ ਇਹ ਛੱਡ ਕੇ ਆ ਗਿਓ, ਤਾਂ ਫਿਰ ਅੱਜ ਤੋਂ ਬਾਅਦ ਤੁਹਾਡੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ, ਤੁਸੀਂ ਸਾਡੇ ਪਤੀ ਨਹੀਂ ਤੇ ਅਸੀਂ ਤੁਹਾਡੀਆਂ ਪਤਨੀਆਂ ਨਹੀਂ। ਜਾਓ ਜਿੱਧਰੋਂ ਆਓ ਚਲੇ ਜਾਓ। ਜਾਂ ਫਿਰ ਇਸ ਤਰ੍ਹਾਂ ਕਰੋ, ਮਰਦ ਤਾਂ ਤੁਸੀਂ ਰਹੇ ਨਹੀਂ, ਮਰਦ ਵਿੱਚ ਅਣਖ ਹੁੰਦੀ ਹੈ, ਗੈਰਤ ਮਰ ਗਈ ਤੁਹਾਡੀ, ਦਸਤਾਰਾਂ ਦਿਓ ਸਾਨੂੰ, ਤੁਸੀਂ ਲਓ ਦੁਪੱਟੇ, ਬੱਚੇ ਸਾਂਭੋ, ਤੁਸੀਂ ਸ਼ਸਤਰ ਦਿਓ ਸਾਨੂੰ, ਅਸੀਂ ਕਲਗੀਧਰ ਪਾਤਸ਼ਾਹ ਦੇ ਜਾ ਕੇ ਜੰਗ ਵਿੱਚ ਤੁਹਾਡੇ ਵਾਲਾ ਕਲੰਕ ਅਸੀਂ ਲਾਵਾਂਗੀਆਂ ਕਿ ਜੇ ਮਾਝੇ ਦੇ ਸਰਦਾਰ ਕਲੰਕਿਤ ਕਰਕੇ ਆ ਗਏ ਇਲਾਕੇ ਨੂੰ, ਮਾਝੇ ਦੀਆਂ ਜੱਟੀਆਂ ਨਹੀਂ ਹਨ ਐਸੀਆਂ, ਸੂਰਬੀਰ ਔਰਤਾਂ ਨੇ ਇੱਥੇ ਦੀਆਂ। ਮਿਹਣੇ ਮਾਰੇ ਬਸ ਪੇ ਪਾਣੀ ਵੀ ਕਿਸੇ ਨੇ ਦਿੱਤਾ, ਕਿਹਾ ਸਿੰਘਣੀਓ ਬਸ ਹੁਣ ਹੋਰ ਦੁਖੀ ਨਾ ਕਰੋ, ਅਸੀਂ ਤਾਂ ਪਹਿਲੀ ਬੜੇ ਦੁਖੀ ਹਾਂ ਵੀ ਹੁਣ ਅਸੀਂ ਚੱਲੇ ਹਾਂ, ਯੁੱਧ ਵਿੱਚ ਜਾਵਾਂਗੇ, ਹੁਣ ਸਾਡੇ ਸ਼ਹੀਦ ਹੋਣ ਦੀ ਉਹ ਖਬਰ ਮਿਲੂਗੀ, ਹੁਣ ਤੁਹਾਨੂੰ ਜਿਉਂਦਿਆਂ ਦੀ ਨਹੀਂ ਮਿਲੂਗੀ। ਕਹਿੰਦੀ ਨਾ ਕੋਈ ਇਤਬਾਰ ਨਹੀਂ ਤੁਹਾਡਾ। ਉਹਨਾਂ ਦੀ ਜਥੇਦਾਰਨੀ ਬੀਬੀ ਭਾਗ ਕੌਰ ਕਹਿਣ ਲੱਗੀ ਵੀ ਮੈਂ ਤੁਹਾਡੇ ਜਥੇ ਦੀ ਅਗਵਾਈ ਕਰੂੰ, ਮੈਂ ਨਾਲ ਜਾਊਂ, ਵੀ ਸ਼ਹੀਦੀਆਂ ਪਾਉਣੇ ਕਿ ਮੁੜ ਕੇ ਆਉਣੇ ਆ। ਬੀਬੀ ਭਾਗ ਕੌਰ ਨਾਲ ਗਈ। ਨੂੰ ਛੋਟੇ ਅੱਖਰਾਂ 'ਚ ਭਾਗੋ ਕਿਹਾ ਜਾਂਦਾ ਹੈ। ਇਤਿਹਾਸ ਨੇ ਭਾਵੇਂ ਭਾਗੋ ਲਿਖਿਆ, ਪਰ ਅੰਮ੍ਰਿਤਧਾਰੀ ਸਿੰਘਣੀ ਨੂੰ ਅੱਧਾ ਨਾਮ ਲੈਣ ਦੀ ਆਗਿਆ ਨਹੀਂ ਗੁਰੂ ਦੀ। ਅਰਧ ਨਾਮ ਸਿੰਘਣ ਨਹੀਂ ਲੈਣਾ, ਇਹ ਗੁਰੂ ਦਾ ਬਚਨ ਹੈ। ਬੀਬੀ ਭਾਗ ਕੌਰ ਨੇ ਉਹਨਾਂ ਨੂੰ ਇਕੱਠਿਆਂ ਕੀਤਾ ਤੇ ਉਧਰੋਂ ਚੱਲ ਪਏ। ਗੁਰੂ ਸਾਹਿਬ ਦਾ ਜਿੱਥੇ ਪੜਾਅ ਹੁੰਦਾ ਸੀ, ਥੋੜਾ ਜਿਹਾ ਪਿੱਛੇ ਪੜਾਅ ਕਰਨਾ, ਵੀ ਸਾਹਮਣੇ ਤਾਂ ਜਾਣ ਜੋਗੀ ਨਹੀਂ, ਕਹਿੰਦੇ ਉਹ ਤਾਂ ਸ਼ਹੀਦ ਹੋਣਾ, ਵੀ ਇਸ ਕਰਕੇ ਹੁਣ ਸਾਹਮਣੇ ਨਹੀਂ ਜਾਣ। ਕਿਹੜਾ ਮੂੰਹ ਲੈ ਕੇ ਜਾਈਏ? ਬੇਦਾਵਾ ਤਾਂ ਆਪ ਲਿਖਿਆ ਵੀ ਹੁਣ ਤਾਂ ਕਰਨੀ ਐਸੀ ਕਰੀਏ, ਭਾਵੇਂ ਮਰਿਆਂ ਦੇ ਕੋਲ ਆਵੇ, ਗੁਰੂ ਚੱਲ ਕੇ ਆਊਗਾ ਆਪ, ਵੀ ਹੁਣ ਕਰਨੀ ਦੀ ਲੋੜ ਆ, ਹੁਣ ਕਥਨੀ ਦੀ ਬਾਤ ਨਹੀਂ। ਇੱਧਰੋਂ ਤਾਂ ਇਹ ਚੱਲੇ ਹੋਏ ਨੇ, ਉਧਰੋਂ ਪੈਂਚ ਇਕੱਠੇ ਹੋ ਕੇ ਇਲਾਕੇ ਦੇ ਵੀ ਸਾਡੇ ਇਲਾਕੇ ਨੂੰ ਬੜਾ ਕਲੰਕ ਲੱਗ ਗਿਆ, ਇਹ ਆਪਣੇ ਕਿਸੇ ਹੋਰ ਦ੍ਰਿਸ਼ਟੀਕੋਣ ਤੋਂ ਸੋਚ ਕੇ ਆ ਰਹੇ ਹਨ ਜੀ। ਭਲੇ ਭਲੇ ਸਿੱਖ ਸਭਨ ਧਕਾਰੈ, ਚੰਗੇ ਚੰਗੇ ਸਿੱਖਾਂ ਨੇ ਧਰਕਾਰਾਂ ਪਾ ਦਿੱਤੀਆਂ। ਬੜਾ ਅਪਮਾਨਜਨਕ ਸ਼ਬਦ ਹੈ ਜਿਹੜੀ ਧਰਕਾਰ ਸ਼ਬਦ ਹੈ ਨਾ, ਤੇ ਇਹਨੂੰ ਸਮਝਣ ਦੀ ਲੋੜ ਹੈ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਹੁਣੇ ਕਹਿ ਕੇ ਹਟੇ ਨਾ ਸੋਦਾ ਦੀ ਬਾਣੀ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਉਹਨਾਂ ਦੇ ਜੀਵਨ ਨੂੰ ਧਰਕਾਰ, ਤੇ ਜੋ ਜੀਵਨ ਦੀ ਆਸ ਲਾਈ ਬੈਠੇ ਨੇ ਉਹਨੂੰ ਵੀ ਧਰਕਾਰ ਹੀ ਹੈ। ਧਰਕਾਰ ਸ਼ਬਦ ਕੀ ਹੈ? ਇਹ ਅਪਮਾਨਜਨਕ ਸ਼ਬਦ ਨਿਰਧਾਰਿਤ ਕੀਤੇ ਹੋਏ ਹੈ ਪੁਰਾਣੇ ਸਮੇਂ ਦੇ, ਤੇ ਇਹਦੇ ਵਿੱਚ 3 ਤਰ੍ਹਾਂ ਦੇ ਸ਼ਬਦ ਸਾਧ ਸੰਗਤ ਜੀ ਹੁੰਦੇ ਆ। ਇੱਕ ਤਾਂ ਫਿਟਕਾਰ ਪਾਉਣੀ, ਫਿਟਕਾਰ ਸ਼ਬਦ, ਤੇ ਜੇ ਕਿਸੇ ਨੂੰ 100 ਵਾਰੀ ਫਿਟਕਾਰ ਪਾਈਏ, 100 ਵਾਰ, ਤਾਂ ਉਹ 100 ਵਾਰ ਫਿਟਕਾਰ ਦੇ ਥਾਂ ਤੇ ਇੱਕ ਸ਼ਬਦ ਵਰਤਿਆ ਕਾਫੀ ਹੈ ਅਪਮਾਨ ਕਰਨ ਵਾਸਤੇ। ਇੱਕ ਵਾਰੀ ਕਹਿੰਦੀ ਹੈ ਲਾਹਣਤ ਹੈ ਤੈਨੂੰ, ਤਾਂ 100 ਵਾਰੀ ਦੀ ਖੇਚਲ ਮੁੱਕ ਗਈ, ਇੰਨਾ ਅਪਮਾਨ ਹੈ। ਤੇ ਭਾਈ ਸਰੋਤੇ ਜਨ ਉੱਠ ਕੇ ਤੁਹਾਨੂੰ ਕਹਿੰਦੇ ਨੇ ਗੱਲਾਂ ਕਰਨ ਵਾਲਿਆਂ ਨੂੰ, ਸਿਆਣੇ ਬਣੋ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਭਾਈ,
ਇਹ ਗੁਰੂ ਕੀ ਕਥਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਸਰਬੰਸ ਵਾਰਿਆ ਹੈ। ਬੀਬੀ ਵਿਚਾਰੀ ਉੱਠ ਕੇ ਤੁਹਾਨੂੰ ਜਾ ਕੇ ਕਹਿਣ ਗਈ ਹੈ ਵੀ ਤੁਸੀਂ ਗੱਲਾਂ ਨਾ ਕਰੋ, ਅੰਦਰ ਆਵਾਜ਼ ਆਉਂਦੀ ਹੈ। ਇੰਨੀ ਕੁ ਤਾਂ ਅਕਲ ਸਾਰਿਆਂ ਨੂੰ ਚਾਹੀਦੀ ਹੈ ਭਾਈ, ਤਾਂ ਕੋਈ ਬਹੁਤੀ ਜ਼ਿਆਦਾ ਖੇਚਲ ਕਰਨ ਦੀ ਲੋੜ ਨਹੀਂ। ਇੰਨਾ ਕੁ ਥੋੜ੍ਹੀ ਜਿਹੀ ਸੂਝ-ਬੂਝ ਚਾਹੀਏ। ਗੁਰੂ ਘਰ ਆਏ ਹੋ, ਕੋਈ ਵਿਆਹ ਦੇ ਵਿੱਚ ਨਹੀਂ ਆਏ, ਮੇਲੇ 'ਚ ਨਹੀਂ ਆਏ, ਕਥਾ ਨਹੀਂ ਸੁਣਨੀ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਪਰ ਗੱਲਾਂ ਦੀ ਆਵਾਜ਼ ਅੰਦਰ ਸਰੋਤੇ ਉੱਠ ਕੇ ਕਹਿਣ ਜੀ ਤੁਸੀਂ ਚੁੱਪ ਕਰੋ, ਸਿਆਣੇ ਬਣੀਦਾ। ਸੋ ਇਉਂ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਇਹ ਇਕੱਠੇ ਹੋ ਕਰਕੇ ਆਉਣ ਲੱਗੇ ਹਨ। ਸਲਾਹਾਂ ਕਰਦੇ ਨੇ ਦੇਸ਼ ਬਮੁਖ ਭਾ ਦੋਜਕ ਡਾਰੈ। ਸਿਆਣੇ ਸਿੱਖਾਂ ਨੇ ਕਿਹਾ ਓਏ ਤੁਸੀਂ, ਤੁਹਾਨੂੰ ਪਾਣੀ ਤਾਂ ਨਹੀਂ ਕਿਹੜੇ ਨੇ ਦੇਣਾ, ਤੁਹਾਨੂੰ ਤਾਂ ਪਰਲੋਕ ਦੇ ਵਿੱਚ ਵੀ ਕਿਤੇ ਜਗ੍ਹਾ ਨਹੀਂ ਮਿਲਣੀ, ਨਰਕਾਂ ਨੂੰ ਜਾਓਗੇ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਮੁਕਤ ਨਾ ਹੋਰ ਥਾਂ ਕੋਈ ਪੁੱਛੋ ਵਿਵੇਕਿਆ ਜਾਏ। ਸੋ ਇਸ ਕਰਕੇ ਇਹ ਤਾਂ ਦਾਨਿਆਂ ਸਿਆਣਿਆਂ ਨੂੰ ਪੁੱਛ ਲਓ, ਕਦੀ ਐਸਾ ਨਹੀਂ ਹੁੰਦਾ ਵੀ ਮੁਕਤ ਗੁਰੂ ਤੋਂ ਬਿਨਾਂ ਹੁੰਦੀ ਨਹੀਂ। ਸੁਣ ਗੈਰਤ ਸਭ ਕੇ ਮਨ ਆਈ। ਸਭ ਦੇ ਮਨ ਦੇ ਵਿੱਚ ਫਿਰ ਗੈਰਤ ਆਈ, ਕਹਿਣ ਲੱਗੇ ਵੀ ਬਾਤ ਠੀਕ ਹੈ ਇਹ। ਜਾਨੀ ਆਪਣੀ ਅਦਕ ਖੁਟਾਈ। ਆਪਣੀ ਖੁਟਾਈ ਸਮਝ ਗਏ। ਉਹ ਸ਼ਬਦ ਸੀ ਵੀ ਇੱਕ ਵਾਰੀ ਫਟਕਾਰ ਪਾ ਦਈਏ, 2 ਵਾਰ 100 ਵਾਰ ਪਾਈ ਤੇ ਇੱਕ ਵਾਰੀ ਲਾਹਣਤ ਬਣਦੀ ਹੈ। 100 ਵਾਰੀ ਲਾਹਣਤ ਕਹੀਦੀ ਹੈ ਤਾਂ ਇੱਕ ਵਾਰੀ ਧ੍ਰਿਗ ਸ਼ਬਦ ਬਣਦਾ ਹੈ। ਇਹਨਾਂ ਨੂੰ ਧਿਰਕਾਰਾਂ ਮਿਲ ਰਹੀਆਂ। ਧਿਰਕਾਰ ਸ਼ਬਦ ਸਭ ਤੋਂ ਅਪਮਾਨਜਨਕ ਸ਼ਬਦ ਹੈ। ਤੇ ਇਉਂ ਫਿਰ ਕਹਿੰਦੇ ਵੀ ਸਾਡੀ ਖੁਟਾਈ ਸੀ। ਅਪਰ ਦੇਸ਼ ਅਸ ਕੋਏ ਨਾ ਹੋਵਾ। ਇਹੋ ਜਿਹਾ ਦੇਸ਼ ਕੋਈ ਨਹੀਂ ਹੈ। ਸਿਦਕ ਜਥਾ ਮਰਜੇ ਬਹੁ ਖੋਵਾ। ਕਹਿੰਦੇ ਸਾਰੇ ਹਿੰਦੁਸਤਾਨ ਦੇ ਵਿੱਚ ਨਹੀਂ ਇਹੋ ਜਿਹਾ ਇਲਾਕਾ ਜਿਹਾ ਜਿਹਾ ਸਾਡਾ ਇਲਾਕਾ ਮਾਝਾ ਕਲੰਕਿਤ ਹੋ ਗਿਆ। ਇੰਨਾ ਤਾਂ ਕਲੰਕ ਕਿਸੇ ਇਲਾਕੇ ਨੂੰ ਲੱਗੇ ਹੀ ਨਹੀਂ ਵੀ ਮਾਝੇ ਦੇ ਸਿੰਘ ਅਸਤੀਫਾ ਦੇ ਕੇ ਉਹ ਬੇਦਾਵਾ ਲਿਖ ਕੇ ਆ ਗਏ ਨੇ। ਤੇ ਇਸ ਕਰਕੇ ਫਿਰ ਉਹ ਸੋਚ ਰਿਹਾ ਵੀ ਬਹੁਤ ਮਾੜੀ ਗੱਲ ਹੋ ਗਈ ਹੈ। ਚਿਤਵਤ ਚਿਤ ਚਿੰਤਾ ਬਹੁ ਗ੍ਰਾਮੋ। ਬਹੁਤ ਚਿੰਤਾ ਗ੍ਰਾਮਾਂ ਨਗਰਾਂ ਦੇ ਅੰਦਰ ਫੈਲ ਗਏ। ਕਿਮ ਗੁਰ ਕੋ ਸੁਧਰੈ ਸਭ ਕਾਮੋ। ਇਹ ਵਿਗੜਿਆ ਹੋਇਆ ਕੰਮ ਕਿਵੇਂ ਸੁਧਰ ਸਕਦਾ ਹੈ? ਗੁਰੂ ਦੀਆਂ ਖੁਸ਼ੀਆਂ ਕਿਵੇਂ ਲਈਆਂ ਜਾ ਸਕਦੀਆਂ ਹਨ? ਪੰਚਾਇਤ ਬਹੁ ਗ੍ਰਾਮਨ ਕੇਰੀ। ਉਦੋਂ ਫਿਰ ਬਹੁਤ ਮਾਝੇ ਦੇ ਪਿੰਡਾਂ ਦੀਆਂ ਪੰਚਾਇਤਾਂ ਉੱਠ ਖੜੀਆਂ ਗੁਰੂ ਦੇ ਚਰਨਾਂ ਵਿੱਚ ਆਉਣ ਵਾਸਤੇ। ਆਪਸ ਮਹਿ ਸਕੇਲ ਤਿਸ ਬੇਰੀ। ਆਪਸ ਵਿੱਚ ਉਹਨਾਂ ਨੂੰ ਸਕੇਲ ਨਾਮ ਇਕੱਠੇ ਕਰਨ ਦਾ ਇਕੱਠੇ ਕੀਤਾ ਹੈ। ਪਟ ਪਟ ਮਾਨਮ ਇੱਕ ਥਲ ਆਏ। ਭੇਜ ਕੇ ਬੰਦੇ ਇੱਕ ਥਾਂ ਤੇ ਇਕੱਠੇ ਕੀਤੇ ਵੀ ਗੁਰਮਤਾ ਕਰੀਏ। ਮੇਲ ਭਇਓ ਸਭ ਕੋ ਇੱਕ ਥਾਏ। ਸਾਰਿਆਂ ਨੂੰ ਇੱਕ ਥਾਂ ਤੇ ਮੇਲਣਾ ਕੀਤਾ, ਇਕੱਠਿਆਂ ਕੀਤਾ, ਇਕੱਤਰਤਾ ਕੀਤੀ ਹੈ। ਲਵਪੁਰ ਕੋ ਗਿਰਦਾ ਸਭ ਮਿਲੇ। ਲਾਹੌਰ ਤੱਕ ਦੇ ਆਲੇ ਦੁਆਲੇ ਦੀਆਂ ਪੰਚਾਇਤਾਂ, ਲਾਹੌਰ ਦੇ ਇਰਦੋ ਗਿਰਦ ਦੀਆਂ ਉਹ ਵੀ ਆਈਆਂ। ਗਿਣਤੀ ਕੇ ਮਾਨਵ ਮੁਖ ਭਲੇ। ਪਰ ਉਹਨਾਂ ਵਿੱਚੋਂ ਗਿਣਤੀ ਦੇ ਭਲੇ ਜਿਹੜੇ ਮਨੁੱਖ ਸੀ ਉਹਨਾਂ ਨੂੰ ਇਕੱਠਿਆਂ ਕੀਤਾ। ਕਰਤ ਸੋਚ ਚਿੰਤਾ ਮੈਂ ਗਰਕ। ਸੋਚਾਂ ਸੋਚਦੇ ਐ, ਚਿੰਤਾ ਦੇ ਵਿੱਚ ਡੁੱਬੇ ਹੋਏ ਹਨ। ਬੇਮੁਖਤਾ ਕੋ ਫਲ ਹੋਏ ਨਰਕ। ਇਹ ਬੇਮੁਖ ਦਾ ਫਲ ਤਾਂ ਨਰਕ ਦੇ ਵਿੱਚ ਹੀ ਜਾਣਾ ਪੈਂਦਾ। ਇਹ ਫਿਰ ਉਹਨਾਂ ਨੇ ਨਿਸ਼ਚਾ ਕਰ ਲਿਆ। ਆਪਸ ਮੈਂ ਵਿਚਾਰ ਠਹਿਰਾਈ। ਆਪਸ ਵਿੱਚ ਉਹਨਾਂ ਨੇ ਫਿਰ ਵਿਚਾਰ ਇਸ ਤਰ੍ਹਾਂ ਦੀ ਨਿਸ਼ਚੇ ਕਰ ਲਏ। 100 200 ਨਾਲ ਗੁਰ ਢਿੱਗ ਜਾਈ। ਕਹਿੰਦੇ ਵੀ ਐ ਕਰੋ, ਸਾਰੀਆਂ ਪੰਚਾਇਤਾਂ ਐਡਾ ਵੱਡਾ ਇਕੱਠ ਲਿਜਾਣ ਦੀ ਤਾਂ ਨਹੀਂ ਲੋੜ ਵੀ ਇਹਨਾਂ ਦੇ ਵਿੱਚ ਜਿਹੜੇ ਆਗੂ ਬੰਦੇ ਆ ਚੁਣਵੇਂ 200 ਬੰਦਾ ਗੁਰੂ ਦੇ ਚਰਨ ਸ਼ਰਨ ਵਿੱਚ ਜਾਓ। ਸਾਰੇ ਇਲਾਕੇ ਮਾਝੇ ਵੱਲੋਂ ਬੇਨਤੀ ਕਰੋ। ਪ੍ਰਭ ਕੋ ਮਿਲ ਐਸੇ ਸਮਝਾਵੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੈਸੇ ਮੂਰਖ ਲੋਕ ਹਨ। ਕਹਿੰਦੇ ਗੁਰੂ ਨੂੰ ਇਉਂ ਸਮਝਾਇਓ ਜਾ ਕੇ ਤੁਸੀਂ। ਗੁਰੂ ਤੋਂ ਸਮਝ ਲੈਣੀ ਹੈ ਕਿ ਗੁਰੂ ਨੂੰ ਸਮਝ ਦੇਣੀ ਹੈ? ਸ਼ਬਦ ਹੀ ਗਲਤ ਹੈ। ਪਰ ਹੁਣ ਜਿਹੜਾ ਜੋ ਉਹਨਾਂ ਨੇ ਕਿਹਾ ਉਹ ਕਵੀ ਨੇ ਤਾਂ ਉਹੀ ਲਿਖਣਾ ਸੀ ਸ਼ਬਦ। ਕਹਿੰਦੇ ਗੁਰੂ ਨੂੰ ਸਮਝਾਓ। ਕੀ ਸਮਝਾਓ? ਸਮਝਾਈ ਦਾ ਉਹਨੂੰ ਜਿਹੜਾ ਗਲਤ ਰਸਤੇ ਪਿਆ ਹੋਵੇ। ਇਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਦਾ ਰਸਤਾ ਅਜੇ ਵੀ ਠੀਕ ਨਹੀਂ ਹੈ। ਉਹ ਅੱਗੇ ਆਉਣਗੇ ਬਚਨ ਸੁਣੋ। ਹਾਂਜੀ।
ਹਾਥ ਜੋੜ ਕਰ ਸੀਸ ਨਵਾਵੈ। ਕਹਿੰਦੇ ਹੱਥ ਜੋੜਨ 200 ਬੰਦਾ ਜਾ ਕੇ ਮੱਥਾ ਟੇਕਣ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ। ਪੂਰਬਲੇ ਗੁਰੂਆਂ ਕੀ ਰੀਤ। ਇਹ ਗੁਰੂਆਂ ਨੂੰ ਚੇਤੇ ਕਰਾਓ ਕਿ ਗੁਰੂ ਨਾਨਕ ਨੇ ਕਦੇ ਸ਼ਸਤਰ ਨਹੀਂ ਚੁੱਕੇ, ਗੁਰੂ ਅੰਗਦ ਸਾਹਿਬ ਨੇ ਨਹੀਂ ਚੁੱਕੇ, ਗੁਰੂ ਅਮਰਦਾਸ, ਰਾਮਦਾਸ, ਗੁਰੂ ਅਰਜਨ ਦੇਵ ਜੀ ਨੇ ਨਹੀਂ ਚੁੱਕੇ। ਤੇ ਫਿਰ ਉਹਨਾਂ ਗੁਰੂਆਂ ਦੀ ਰੀਤ ਕਿਉਂ ਛੱਡ ਦਿੱਤੀ ਤੁਸੀਂ? ਤੇ ਉਹ ਗੁਰੂਆਂ ਦੀ ਰੀਤ ਉਸੇ ਤਰ੍ਹਾਂ ਰੱਖੋ। ਜੇ ਤੁਮ ਧਾਰ ਹੋ ਥਿਰ ਕਰ ਚੀਤ। ਤੇ ਜੇ ਤੁਸੀਂ ਇਸੇ ਤਰ੍ਹਾਂ ਚਿੱਤ ਦੇ ਵਿੱਚ ਇਹ ਨਿਸ਼ਚਿਤਾ ਧਾਰੀ ਹੈ, ਤਉ ਸਿੱਖੀ ਨਿਰਭੈ ਤੁਮਾਰੀ। ਜੇ ਤਾਂ ਤੁਸੀਂ ਬਚਨ ਮੰਨ ਲਓ ਵੀ ਗੁਰੂ ਨਾਨਕ ਦੀ ਤਰ੍ਹਾਂ ਵਿਚਰੋ, ਸ਼ਸਤਰ ਦਿਓ ਤਿਆਗ, ਬਾਦਸ਼ਾਹ ਨਾਲ ਲੜਨਾ ਦਿਓ ਛੱਡ, ਫਿਰ ਤਾਂ ਸਿੱਖੀ ਨਿਭੇਗੀ ਸਾਡੀ। ਅਸੀਂ ਤੁਹਾਡੇ ਸਿੱਖ ਹਾਂ। ਤੇ ਇਸ ਪ੍ਰਕਾਰ ਫਿਰ ਤੇ ਤੁਹਾਡੀ ਵੀ ਇਸ ਦੇ ਵਿੱਚ ਜੈ ਜੈਕਾਰ ਹੈ ਤੇ ਇਹ ਜਿਹੜਾ ਨਿਤ ਦਾ ਕਲੇਸ਼ ਹੈ ਮੁੱਕ ਜਾਵੇ। ਦਇਆ ਧਰੋ ਗਤ ਕਰੋ ਹਮਾਰੀ। ਕਿਰਪਾ ਕਰਕੇ ਦਇਆ ਕਰਕੇ ਸਾਡੀ ਮੁਕਤੀ ਕਰੋ ਜੀ। ਜੇ ਤੁਰਕਨ ਕੇ ਸੰਗ ਬਖੇਰਾ। ਜਿਹੜਾ ਤੁਰਕਾਂ ਦੇ ਨਾਲ ਤੁਹਾਡਾ ਬਹੁਤ ਵਖੜੇਵਾਂ ਝਗੜਾ ਹੋ ਰਿਹਾ ਹੈ, ਦਿਨ ਪ੍ਰਦ ਕਰੋ ਜੰਗ ਬੜ ਝੇਰਾ। ਦਿਨ ਪ੍ਰਤ ਦਿਨ ਝਗੜਾ ਤੁਸੀਂ ਕਰ ਰਹੇ ਹੋ। ਨ ਸਿੱਖੀ ਕੋਇ ਨਿਰਬਾਹੂ। ਇਸ ਤਰ੍ਹਾਂ ਨਹੀਂ ਸਿੱਖੀ ਨਿਭ ਸਕਦੀ। ਲੋਕੀ ਟੁੱਟਣ ਲੱਗੇ ਤੁਹਾਡੇ ਕੋਲੋਂ। ਇਹ ਸਮਝਾਓ ਜਾ ਕੇ। ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਗੁਰਮਤਾ ਹੋਇਆ। ਬਸੈ ਪ੍ਰਜਾ ਹੋਏ ਦੇਸ਼ਨ ਮਾਹੂ। ਸਾਰਿਆਂ ਦੇਸ਼ਾਂ ਦੇ ਵਿੱਚ ਗੁਰੂ ਨੂੰ ਸਮਝਾਓ ਅਸੀਂ ਤਾਂ ਤੁਰਕਾਂ ਦੀ ਪ੍ਰਜਾ ਹੋ ਕੇ ਰਹਿ ਰਹੇ ਹਾਂ। ਇਸ ਕਰਕੇ ਅਸੀਂ ਦਿੱਲੀ ਦੇ ਤਖਤ ਨਾਲ ਵਿਗਾੜ ਨਹੀਂ ਸਕਦੇ। ਲਰਿਓ ਨ ਜਾਏ ਸ਼ਾਹੋ ਕੇ ਸੰਗ। ਬਾਦਸ਼ਾਹ ਦੇ ਨਾਲ ਨਹੀਂ ਸਾਤੋਂ ਲੜਿਆ ਜਾਏਗਾ। ਲੱਖੋ ਲਸ਼ਕਰ ਠਾਣਤ ਜੰਗ। ਲੱਖਾਂ ਲਸ਼ਕਰ ਹੈ ਚੜਾ ਦਿੰਦਾ ਬਾਦਸ਼ਾਹ, ਜੰਗ ਕਰਦਾ। ਜੇ ਤੁਮ ਕਹੋ ਸਾਥ ਤੁਰ ਕਾਨੇ। ਜੇ ਤੁਸੀਂ ਕਹੋ, ਇਹ ਵੀ ਕਹੋ ਗੁਰੂ ਨੂੰ ਵੀ ਜੇ ਤੁਸੀਂ ਕਹੋ ਤਾਂ ਤੁਰਕਾਂ ਦੇ ਨਾਲ ਤੁਹਾਡੀ ਸੁਲ੍ਹਾ ਕਰਾ ਦਿੰਦੇ ਆ। ਇਹ ਵਿਚਾਰੇ ਵਿਚੋਲੜੇ ਬਣਨ ਨੂੰ ਧੱਕੇ ਤੇ ਵਿਚੋਲਾ ਬਣਨ ਲੱਗੇ ਨਾ। ਅਸੀਂ ਤੁਹਾਨੂੰ ਦਿੱਲੀ ਦੇ ਤਖਤ ਦੇ ਨਾਲ ਸੁਲ੍ਹਾ ਕਰਾ ਦਿੰਦੇ ਹਾਂ। ਹਮਰੇ ਝਗੜੇ ਪਰੇ ਮਹਾਨੇ। ਸਾਡੇ ਬੜੇ ਝਗੜੇ ਪੈਂਦੇ ਨੇ, ਅਸੀਂ ਜਾਂਦੇ ਹਾਂ ਜਦੋਂ। ਤੋ ਹਮ ਦਿੱਲੀ ਪਹੁੰਚੇ ਸਾਰੇ। ਅਸੀਂ ਉਹਨਾਂ ਝਗੜਿਆਂ ਨੂੰ ਖਤਮ ਕਰਨ ਵਾਸਤੇ ਦਿੱਲੀ ਦੇ ਬਾਦਸ਼ਾਹ ਕੋਲ ਜਾਂਦੇ ਹਾਂ। ਕਰੇ ਸੁਨਾਵਨ ਸਰਬ ਪ੍ਰਕਾਰੇ। ਜਦੋਂ ਅਸੀਂ ਉਹ ਜਾ ਕੇ ਹਰ ਪ੍ਰਕਾਰ ਕਰਕੇ ਸੁਣਾਉਂਦੇ ਹਾਂ। ਭਲੀ ਪਾਤ ਹਮ ਲਿਹ ਨਬੇਰਾ। ਅਸੀਂ ਉਹ ਝਗੜਾ ਉੱਥੇ ਨਿਬੇੜ ਕੇ ਆਉਂਦੇ ਹਾਂ। ਤੁਹਾਡੇ ਵਾਲਾ ਕਿਉਂ ਨਹੀਂ ਨਿਬੜੂਗਾ? ਨਹੀਂ ਰਹਿਣ ਦੇਵੇਂ ਕੋ ਝੀਰਾ। ਕੋਈ ਝਗੜਾ ਬਾਦਸ਼ਾਹ ਨਹੀਂ ਰਹਿਣ ਦਿੰਦਾ। ਹਮਰੇ ਰਾਹੀ ਸਭ ਕੁਛ ਹੋਏ। ਸਾਡੇ ਰਾਹੀਂ ਸਾਰਾ ਕੁਝ ਹੋਏਗਾ। ਬਾਦ ਵਿਰੋਧ ਦੇਹਗੇ ਖੋਏ। ਵੈਰ ਵਿਰੋਧ ਖਤਮ ਹੋ ਜਾਏਗਾ। ਆਪ ਸੁਖੀ ਰਹੀਆਂ ਸਬਰੀਤ। ਆਪ ਵੀ ਸੁਖੀ ਰਹੋ ਮਹਾਰਾਜ, ਹੋਰਾਂ ਨੂੰ ਵੀ ਸੁਖੀ ਰਹਿਣ ਦਿਓ। ਖੇ ਨਿਰਬਾਹ ਹੋ ਸਿੱਖਣ ਕੀ ਪ੍ਰੀਤ। ਸਿੱਖਾਂ ਦੀ ਪ੍ਰੀਤੀ ਜਿਹੜੀ ਆ ਮਹਾਰਾਜ ਨਿਭਾ ਦਿਓ। ਹਮ ਸਿੱਖ ਹੋਏ ਤੁਮ ਗੁਰੂ ਬਨੀਜੈ। ਅਸੀਂ ਤੁਹਾਡੇ ਸਿੱਖ ਤੇ ਤੁਸੀਂ ਸਾਡੇ ਗੁਰੂ ਬਣੇ ਰਹੋ। ਇਸ ਤਰੀਕੇ ਦੇ ਨਾਲ ਰਸ ਤੁਰਕਨ ਕੇ ਸੰਗ ਰਖੀਜੈ। ਪਰ ਤੁਰਕਾਂ ਦੇ ਨਾਲ ਮਹਾਰਾਜ ਆਪਣਾ ਮੇਲ ਰੱਖੋ। ਨਤ ਹਮ ਸਿੱਖ ਨਾ ਤੁਮ ਗੁਰ ਹੈ। ਨਹੀਂ ਤਾਂ ਫਿਰ ਉਹੀ ਗੱਲ ਹੈ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਗੱਲ ਉੱਥੇ ਹੀ ਖੜੀ ਹੈ। ਜਿਵੇਂ ਵਿਦਾਵਾ ਜਿਹੜੇ ਲੈ ਕੇ ਆਏ ਨੇ ਨਾ, ਉਹ ਫੌਜਾਂ ਤਾਂ ਦੂਏ ਪਾਸੇ ਤੋਂ ਆ ਰਹੀਆਂ। ਇਹ ਪੰਚਾਇਤਾਂ ਵਾਲੇ ਹੈ ਉਸੇ ਇਲਾਕੇ ਦੇ, ਇਹ ਹੋਰ। ਤੇ ਇਸ ਪ੍ਰਕਾਰ ਕਹਿੰਦੇ ਫਿਰ ਨਹੀਂ ਤੁਸੀਂ ਸਾਡੇ ਗੁਰੂ ਨੇ, ਅਸੀਂ ਤੁਹਾਡੇ ਸਿੱਖ ਨਹੀਂ ਹਾਂ। ਬਿਗਰਹਿ ਬਾਦ ਲੱਖੋਂ ਦਿਸ਼ ਦੋਏ। ਇਹ ਤਾਂ ਲੱਖਾਂ ਦਾ ਨੁਕਸਾਨ ਹੋਊਗਾ। ਦੋਨਾਂ ਪਾਸਿਆਂ ਦੀ ਬਾਤ ਵਿਗੜ ਜਾਏਗੀ। ਗ੍ਰਾਮਣ ਕੀ ਪੰਚਾਇਤ ਸਾਰੀ। ਗ੍ਰਾਮਾਂ ਦੀ ਸਾਰੀ ਪੰਚਾਇਤਾਂ ਜਿਹੜੀਆਂ ਹਨ, ਇਸ ਪ੍ਰਕਾਰ ਕੀ ਮਸਲਤ ਧਾਰੀ। ਇਸ ਪ੍ਰਕਾਰ ਦੀ ਮਸਲਤ ਕੀਤੀ ਹੈ ਜਿਹਨੂੰ ਆਪਾਂ ਮਤਾ ਕਹਿੰਦੇ ਆ, ਪਕਾਇਆ ਹੈ। ਪ੍ਰੇਮੀ ਸਿੱਖ ਹੋਏ ਤਬ ਤਿਆਰ। ਤੇ ਕੁਝ ਪ੍ਰੇਮੀ ਸਿੱਖ ਤਿਆਰ ਹੋਏ ਉਸ ਵੇਲੇ। ਗੁਰਸਨ ਮਿਲਬੇ ਇੱਛਾ ਧਾਰ। ਤੇ ਇੱਛਾ ਕੀ ਧਾਰੀ ਕਿ ਗੁਰੂ ਨੂੰ ਜਾ ਕੇ ਮਿਲੀਏ।
ਇਹ ਇੱਛਾ ਧਾਰਨ ਕੀਤੀ ਹੈ ਜੇ ਗ੍ਰਾਮ ਗ੍ਰਾਮ ਤੇ ਇੱਕ ਨਰ ਔਰ ਇੱਕ ਇੱਕ ਪਿੰਡ ਦਾ ਇੱਕ ਇੱਕ ਬੰਦਾ ਹੋਰ ਲਿਆ ਨਾਲ ਚੱਲਣ ਹੇਤ ਮਿਲ ਕਰ ਤਿਸ ਠੌਰ ਚੱਲਣ ਵਾਸਤੇ ਉਸ ਥਾਂ ਤੇ ਭਏ ਸਨਦ ਬਦ ਤਬ ਸਾਰੇ ਸਾਰੇ ਸ਼ਸਤਰ ਧਾਰੀ ਸਨਦਬੱਧ ਤਿਆਰ ਪਰ ਤਿਆਰ ਹੋ ਕਰਕੇ ਜੇ ਸ੍ਰੀ ਸਤਿਗੁਰ ਕੀ ਔਰ ਪਧਾਰੇ ਸਤਿਗੁਰੂ ਜੀ ਮਹਾਰਾਜ ਬਲ ਤਰੇ ਪਧਾਰੇ ਤੁਰੇ ਹਨ। ਗ੍ਰਾਮ ਹਰੀ ਕੇ ਪੱਤਨ ਆਏ ਜਿੱਥੇ ਬਿਆਸ ਤੇ ਸਤਲੁਜ ਆ ਕੇ ਇੱਕ ਹੋ ਜਾਂਦੇ ਨੇ ਉਹ ਹਰੀ ਕਾ ਪੱਤਣ ਹੈ ਮਾਲਵੇ ਵਿੱਚ। ਸਲਤਾ ਦੋਨੋਂ ਤਰ ਹਰ ਖਾਏ ਤੇ ਦੋਨੋਂ ਨਦੀਆਂ ਦਾ ਸੰਗਮ ਹੁੰਦਾ ਹੈ ਤੇ ਬੜੇ ਬਿਰਛ ਖੜੇ ਨੇ ਦੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ। ਗੁਰ ਕੀ ਸੁਧ ਸੁਣ ਕਰ ਸਭ ਤਬੈ ਤੇ ਗੁਰੂ ਸਾਹਿਬ ਦੀ ਖਬਰ ਉੱਥੇ ਸੁਣੀ ਇਹਨਾਂ ਨੇ ਜਿਹੜੇ ਚੱਲੇ ਸੀ। ਦੀਨੇ ਗ੍ਰਾਮ ਤਿਆਗ ਕਰ ਅਬੈ ਇਹ ਦੀਨੇ ਗਰਾਬ ਨੂੰ ਤਾਂ ਮਹਾਰਾਜ ਨੇ ਛੱਡ ਦਿੱਤਾ ਹੈ। ਉੱਥੋਂ ਹੀ ਸਾਧ ਸੰਗੀਤ ਦੀਨਾ ਸਾਹਿਬ ਤੋਂ ਹੀ ਲਿਖਿਆ ਸੀ ਵਿਦਾਵਾ। ਮਹਾਰਾਜ ਨੇ ਜ਼ਫਰਨਾਮਾ ਜਿਹੜਾ ਸੀ ਉਹ ਲਿਖਿਆ ਸੀ। ਵਿਦਾਵਾ ਤਾਂ ਚਲੋ ਸਿੱਖਾਂ ਨੇ ਲਿਖਿਆ, ਕਹਿਣ ਚੁਕਾਈ ਹੈ। ਤੇ ਉੱਥੇ ਮਹਾਰਾਜ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ। ਸਤਿਗੁਰਾਂ ਦੀ ਆਪਣੀ ਰਚਨਾ ਹੈ। ਬੜੀਆਂ ਲਾਹਣਤਾਂ ਪਾਈਆਂ 12 ਹਕਾਇਤਾਂ ਨੇ ਤੇ ਉਹਦੇ ਚ ਉਹਨੇ ਲਾਹਣਤਾਂ ਪਾਈਆਂ ਦਸਤਾਨ ਦੇ ਦੇ ਕੇ ਤੂੰ ਐ ਤੋਂ ਵੀ ਭੈੜਾ ਹੈ, ਐਸ ਔਰਤ ਤੋਂ ਵੀ ਭੈੜਾ ਹੈ। ਇਹਨੇ ਬਚਨ ਨਿਭਾਇਆ, ਤੇਰੇ ਕੋਲ ਬਚਨ ਵੀ ਨਹੀਂ ਨਿਭਿਆ ਹੈ। ਇਹੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਵੀ ਦੀਨੇ ਨਗਰ ਤੋਂ ਤਾਂ ਚੱਲ ਪਏ ਹਨ। ਖਿਦਰਾਣੇ ਸਰ ਕੀ ਦਿਸ਼ ਆਏ ਖਿਦਰਾਣੇ ਦੀ ਢਾਬ ਵਾਲੇ ਪਾਸੇ ਨੂੰ ਗੁਰੂ ਜੀ ਆਏ ਐ। ਸੁਣਤ ਸਿੰਘ ਹਰਖਤ ਇਤ ਧਾਏ ਇਹੋ ਸਿੰਘ ਖੁਸ਼ੀ ਹੋ ਕਰਕੇ ਇਧਰ ਨੂੰ ਚੱਲੇ ਮਾਝੇ ਵਾਲੇ। ਰਮਿਆਣੇ ਤੇ ਕਰ ਗੁਰ ਕੂਚ ਰਾਮਿਆਣਾ ਜਗ੍ਹਾ ਸਾਸੀ ਉੱਥੋਂ ਵੀ ਸਤਿਗੁਰਾਂ ਨੇ ਕੂਚ ਕੀਤਾ, ਅੱਗੇ ਚੱਲ ਪਏ। ਕੇਤਕ ਆਗੇ ਉਲੰਘ ਪਹੂਚ ਤੇ ਕਿੰਨਾ ਕੁ ਅੱਗੇ ਲੰਘ ਕੇ ਪਹੁੰਚੇ ਹਨ ਜੀ। ਜਾੜ ਵੜੰਗ ਜੁਗਰਾਜ ਨਾਮ ਤੇ ਸਾਧ ਸਿੰਘ ਜੀ ਜੁਗਰਾਜ ਤਾਂ ਹੈਗਾ ਨਾਮ, ਬਿੜੰਗ ਇਹਦਾ ਗੋਤ ਦਾ ਨਾਮ ਹੈ। ਤੇ ਉਹ ਇਸ ਗੋਤ ਦਾ ਬਿੜੰਗ ਗੋਤ ਦਾ ਹੈ ਜੁਗਰਾਜ ਸਿੰਘ ਸੀ। ਖਰੋ ਹੁਤੋ ਗੁਰ ਪੰਥ ਜਾਤ ਜਿਹੇ ਜਿਹੜੇ ਰਸਤੇ ਗੁਰੂ ਜੀ ਜਾ ਰਹੇ ਸੀ ਇਹ ਉਸ ਰਸਤੇ ਤੇ ਖੜਾ ਸੀ। ਤਿਸ ਬਲੋਕ ਸਿੱਖ ਬਾਕ ਉਚਾਰਾ ਉਹ ਦੇਖ ਕੇ ਜੁਗਰਾਜ ਨੂੰ ਗੁਰੂ ਸਾਹਿਬ ਦੇ ਇੱਕ ਸਿੱਖ ਨੇ ਬਚਨ ਕੀਤਾ। ਸੁਣੋ ਚੌਧਰੀ ਸ਼ਰਵਣ ਮਝਾਰਾ ਉਹ ਚੌਧਰੀ ਇੱਕ ਗੱਲ ਸੁਣ ਬਈ ਧਿਆਨ ਦੇ ਨਾਲ, ਤੇਰੇ ਧਿਆਨ ਵਿੱਚ ਲਿਆਉਣ ਲੱਗਾ ਹਾਂ। ਗਨ ਮੁਸਲਨ ਕੋ ਲਸ਼ਕਰ ਆਵੇ ਕਹਿੰਦੇ ਬਹੁਤ ਸਾਰੇ ਇਹਦਾ ਤੁਰਕਾਂ ਦਾ ਲਸ਼ਕਰ ਆ ਰਿਹਾ, ਫੌਜ ਚੜੀ ਹੋਈ ਪਿੱਛੇ ਸਾਡੇ। ਜੇ ਤੁਝ ਬੂਝਤ ਅਗਰ ਸਧਾਵੇ ਜੇ ਤੈਨੂੰ ਪੁੱਛਣ ਵੀ ਗੁਰੂ ਕਿੱਧਰ ਗਏ ਆ, ਕਹਿੰਦੇ ਵੀ ਤੂੰ ਦੱਸੀ ਨਾ, ਅਜੇ ਅਸੀਂ ਮੋਰਚੇ ਸੰਭਾਲ ਲਈਏ ਜਾ ਕੇ, ਵੀ ਤੈਨੂੰ ਦੱਸਣ ਦੀ ਲੋੜ ਨਹੀਂ ਹੈ। ਗਏ ਅਗਾਰੀ ਗੁਰ ਇਤ ਦਿਸ਼ ਕੋ ਤੈਂ ਨਹੀਂ ਦੱਸਣਾ ਵੀ ਗੁਰੂ ਸਾਹਿਬ ਇਸ ਦਿਸ਼ਾ ਨੂੰ ਗਏ ਆ। ਤਉ ਨਾ ਬਤਾਵਨ ਕਰੀਐ ਕਿਸ ਕੋ ਕਿਸੇ ਨੂੰ ਤੈਂ ਨਹੀਂ ਦੱਸਣਾ ਹੈ, ਗੁਰੂ ਕੇ ਸਿੱਖ ਨੇ ਕਿਹਾ। ਸੁਣਤ ਜਾਟ ਬੋਲਿਓ ਮੁਖ ਤਬੈ ਤੇ ਬੋਲਿਆ ਜੁਗਰਾਜ ਕਹਿਣ ਲੱਗਾ ਮੋ ਕਹੋ ਬੂਝੋ ਮੁਸਲੇ ਜਬੈ ਨਾ ਕੋਈ ਬਾਤ ਨਹੀਂ, ਇਹ ਦੁੱਗਲ ਚਾਲ ਚੱਲਣ ਵਾਲੇ ਇਹੋ ਜਿਹੇ ਲੋਕ ਹੁੰਦੇ ਨੇ। ਕਹਿੰਦਾ ਜਦੋਂ ਮੈਨੂੰ ਮੁਸਲੇ ਪੁੱਛਣਗੇ ਨਾ ਵੀ ਗੁਰੂ ਕਿੱਧਰ ਗਿਆ ਹੈ, ਨਹੀਂ ਬਤਾਵਨ ਕੋ ਕਿਮ ਕਰਿਓ ਕਹਿੰਦਾ ਮੈਂ ਨਹੀਂ ਜੀ ਦੱਸਦਾ, ਮੈਂ ਕਿਉਂ ਦੱਸੂਗਾ, ਮੈਂ ਗੁਰੂ ਦਾ ਬੁਰਾ ਥੋੜੀ ਕਰਨਾ ਹੈ। ਮੈਂ ਕਿਆ ਜਾਣੋ ਤਨੇ ਉਚਰਹੁ ਮੈਂ ਕਹਿ ਦੂੰਗਾ ਜੀ ਮੈਨੂੰ ਕੀ ਪਤਾ ਵੀ ਗੁਰੂ ਕਿੱਧਰ ਗਿਆ, ਮੈਂ ਨਹੀਂ ਦੱਸਦਾ ਹਾਂ। ਇਮ ਕੈ ਸਿੱਖ ਗੁਰ ਸੰਗ ਸੁਧਾਰੇ ਇਉਂ ਕਹਿ ਕੇ ਗੁਰੂ ਸਾਹਿਬ ਜੀ ਅੱਗੇ ਚਲਾ ਗਿਆ ਗੁਰੂ ਦੇ ਕੋਲ। ਚਲੇ ਗਏ ਉਦਿਆਨ ਅਗਾਰੇ ਅੱਗੇ ਉਦਿਆਨ ਰੋਹੀ ਵਿਹਾਵਾਨ ਜੰਗਲ ਵਿੱਚ ਚਲੇ ਗਏ। ਬਹੁਤ ਦੂਰ ਪਹੁੰਚੇ ਜਬ ਜਾਈ ਜਦੋਂ ਬਹੁਤ ਦੂਰ ਪਹੁੰਚੇ ਅੱਗੇ ਪੀਛੇ ਮਿਲੇ ਏਕ ਸਿੰਘ ਆਈ ਪਿੱਛੋਂ ਇੱਕ ਸਿੰਘ ਆ ਕੇ ਮਿਲਿਆ ਹੈ। ਤਿਨ ਸਗਰੀ ਸੁਧ ਆਨ ਸੁਨਾਈ ਉਹਨੇ ਸਾਰੀ ਖਬਰ ਦਿੱਤੀ ਆ ਕੇ। ਦੇਖੋ ਕਹਾਂ ਸੈਨ ਰਿਪ ਆਈ ਕਹਿੰਦੇ ਦੇਖੋ ਭਾਈ ਸੈਨ ਕਿੱਥੇ ਕਾ ਰਹੀ ਆ ਤੁਰਕਾਂ ਦੇ। ਜਾੜ ਖਰੋ ਜੁਗਰਾਜ ਬਤਾਵਤ ਦੇਖਿਆ ਕਿ ਵੀ ਤੁਰਕਾਂ ਦੀ ਫੌਜ ਨੂੰ ਜੁਗਰਾਜ ਖੜਾ ਦੱਸਦਾ ਵੀ ਗੁਰੂ ਇੱਧਰ ਨੂੰ ਗਏ ਆ। ਇਹ ਦੇਖਿਆ ਕਹਿਣ ਲੱਗੇ ਮਾਰੇ ਫੌਜ ਤਾਂ ਆ ਗਈ ਨੇੜੇ ਆ, ਜੁਗਰਾਜ ਦੱਸ ਰਹੇ ਵੀ ਇੱਧਰ ਨੂੰ ਗਏ ਹਨ। ਉੱਚੇ ਚੜ ਕੇ ਨੂੰ ਟਾਂਗੂ ਕਹਿੰਦੇ ਸੀ। ਬਹੁਤ ਉੱਚੇ ਤੇ ਉੱਚੇ ਵਿਰਸ਼ਾਂ ਦੇ ਉੱਤੇ ਚੜ ਕੇ ਜਾ ਕੇ ਉਹਨੇ ਦੇਖਣਾ ਹੁੰਦਾ, ਇਹੋ ਜਿਹੇ ਸਾਧਨ ਹੁੰਦੇ ਸੀ।
ਸੋ ਉਸ ਵਰਕਾਰ ਉਹਨੇ ਦੱਸਿਆ ਵੀ ਉਹ ਜੱਟ ਖੜਾ ਦੱਸ ਰਿਹਾ ਚੁਗਲੀ ਕਰਦਾ ਹੈ। ਆਗੇ ਸਤਿਗੁਰ ਇਤ ਕੋ ਜਾਵਤ ਇਹ ਸਤਿਗੁਰੂ ਜੀ ਇੱਧਰ ਨੂੰ ਗਏ ਹਨ ਤਿਨ ਸੰਗੀ ਸਿਖ ਮੋਹਿ ਹਟਾਇਓ। ਇਹ ਇਸ ਤਰ੍ਹਾਂ ਉਹਨੂੰ ਹਟਾਇਆ ਸੀ ਪਰ ਹਟਿਆ ਨਹੀਂ ਹੈ। ਇਤ ਗੁਰ ਗਏ ਨ ਦੇਹੁ ਬਤਾਇਓ। ਉਹਨੂੰ ਕਿਹਾ ਸੀ ਵੀ ਗੁਰੂ ਇੱਧਰ ਗਏ ਤਾਂ ਦੱਸਣਾ ਨਹੀਂ ਹੈ। ਮੁਸਲਨ ਕੋ ਲਸ਼ਕਰ ਇਤ ਆਵੈ ਜਦੋਂ ਮੁਸਲਿਆਂ ਦਾ ਲਸ਼ਕਰ ਆਊ ਉਹਨੇ ਕਿਹਾ ਸੀ ਭੌਂਕ ਛੌਂਕ ਆਪੇ ਚਲ ਜਾਵੈ। ਇਹ ਹੁਣ ਖੜਾ ਮੁਸਲਿਆਂ ਨੂੰ ਦੱਸਦਾ ਵੀ ਐ ਕਿਹਾ ਸੀ ਗੁਰੂ ਨੇ ਵੀ ਤੂੰ ਦੱਸੀ ਨਾ ਪਰ ਮੈਂ ਤੁਹਾਡਾ ਪੱਖੀ ਹਾਂ, ਮੈਂ ਤੁਹਾਡੇ ਫਾਇਦੇ ਵਾਸਤੇ ਦੱਸਦਾ। ਗੁਰੂ ਕਹਿੰਦੇ ਭੌਂਕ ਚੌਂਕ ਕੇ ਮੁੜ ਜਾਣਗੇ। ਆਪ ਹੀ ਜਿਹੜੇ ਮੁਸਲੇ ਮੁਸਲਾ ਸ਼ਬਦ ਵਰਤਿਆ ਆਪ ਤੇ ਗੁਰੂ ਤੇ ਲਾ ਦਿੱਤਾ। ਚੁਗਲਖੋਰ ਬੰਦੇ ਇਹੋ ਜਿਹੇ ਹੋਇਆ ਕਰਦੇ ਹਨ। ਇਮ ਤਿਸਨੇ ਸਭ ਬਾਤ ਬਤਾਈ ਉਹਨੇ ਸਾਰੀ ਗੱਲ ਦੱਸ ਦਿੱਤੀ ਹੈ। ਸੁਣ ਸ਼੍ਰੀ ਪ੍ਰਭ ਕਹਿ ਤਿਹ ਨਾ ਪਚਾਈ। ਮਹਾਰਾਜ ਕਹਿੰਦੇ ਇਹਦਾ ਹਾਜ਼ਮਾ ਖਰਾਬ ਹੈ, ਕਹਿੰਦੇ ਇਹਦੀ ਪਚੀ ਨਹੀਂ, ਗੱਲ ਨਹੀਂ ਪਚੀ ਹੈ ਸਿੰਘਾ। ਕੁਲ ਜੁਤ ਅਫਰ ਅਫਰ ਮਰ ਜੈ ਹੈ। ਸੋਤੇ ਸਿੱਧੇ ਮਹਾਰਾਜ ਕਹਿੰਦੇ ਵੀ ਇਹਨਾਂ ਦੇ ਗੱਲ ਨਹੀਂ ਪਚੀ, ਆਫਰ ਆਫਰ ਕੇ ਮਰੂਗਾ ਕੁਲ ਦੇ ਸਮੇਤ, ਸਾਰੀ ਕੁਲੀ ਮਰੂਗੀ ਆਫਰ ਆਫਰ ਕੇ। ਇਸ ਕਾਰਨ ਤੇ ਮ੍ਰਿਤ ਕੋ ਪੈ ਹੈ। ਇਸ ਪ੍ਰਕਾਰ ਦੀ ਇਹਨਾਂ ਦੀ ਮੌਤ ਹੋਇਆ ਕਰੇਗੀ। ਗੁਰ ਬਚਤੇ ਸੋ ਆਫਰ ਮਰਿਓ। ਤੇ ਗੁਰੂ ਦੇ ਬਚਨਾਂ ਦੇ ਨਾਲ ਆਫਰ ਕੇ ਮਰ ਗਿਆ ਸਾਧ ਸਿੰਘ ਜੀ, ਉਹ ਫਰੇਵਾ ਹੋ ਗਿਆ। ਅਬਲੋ ਤੇ ਕੁਲ ਸੁਣਬੋ ਕਰਿਓ। ਭਾਈ ਸੰਤੋਖ ਸਿੰਘ ਕਹਿੰਦੇ ਨੇ ਮੈਂ ਹੁਣ ਤੱਕ ਇਹ ਗੱਲ ਗੁਰਸਿੱਖਾਂ ਦੇ ਕੋਲੋਂ ਕੰਨਾਂ ਨਾਲ ਸੁਣੀ ਹੈ ਕਿ ਹੁਣ ਤੱਕ ਵੀ ਉਹਨਾਂ ਦੀ ਕੁਲ ਦੇ ਜਦੋਂ ਕੋਈ ਮਰਦਾ ਹੈ ਉਹਨੂੰ ਮਰਨ ਤੋਂ ਪਹਿਲਾਂ ਫਰੇਵਾ ਹੋ ਜਾਂਦਾ 3 ਦਿਨ ਪਹਿਲਾਂ, ਉਹ ਫਰੇਮੇ ਦੇ ਵਿੱਚ ਹੀ ਮਰਦਾ ਹੈ। ਜਬ ਤਿਨ ਕੀ ਮ੍ਰਿਤ ਹੋਏ ਨਿਰਾਈ। ਜਦੋਂ ਉਹਨਾਂ ਦੀ ਮ੍ਰਿਤੂ ਨੇੜੇ ਆ ਜਾਂਦੀ ਹੈ ਅਫਰੈ 3 ਦਿਵਸ ਮਰ ਜਾਈ। 3 ਦਿਨ ਫਰੇਵਾ ਰਹਿੰਦਾ ਫਿਰ ਮਰ ਜਾਂਦੇ ਨੇ। ਗੁਰੂ ਦਾ ਬਚਨ ਪੂਰਾ ਹੁੰਦਾ। ਉਹਨਾਂ ਦੀ ਕੁਲ ਦੇ ਅੱਗੇ ਵੀ ਇਸੇ ਬਚਨ ਇਸੇ ਤਰ੍ਹਾਂ ਚੱਲ ਰਿਹਾ ਹੈ। ਅਫਰੇ ਜਰਹਿ ਚਿਖਾ ਕੇ ਬੀਚ। ਅਫਰੇ ਹੋਏ ਨੂੰ ਹੀ ਚਿਖਾ ਦੇ ਵਿੱਚ ਸਾੜਦੇ ਆ। ਉਕਣੇ ਢਿੱਡ ਫੁੱਲਿਆ ਹੁੰਦਾ ਫਰੇਵੇਂ ਦੇ ਵਿੱਚ। ਲੀਨੋ ਸ਼ਰਾਬ ਬਾਦ ਹੀ ਨੀਚ। ਇਹ ਨੀਚ ਨੇ ਐਵੇਂ ਹੀ ਸ਼ਰਾਪ ਲੈ ਲਿਆ ਹੈ। ਚਲੇ ਜਾਤ ਸਤਿਗੁਰੂ ਅਗਾਰੀ। ਇਉਂ ਸਤਿਗੁਰੂ ਜੀ ਅੱਗੇ ਚਲੇ ਜਾ ਰਹੇ ਹਨ। ਪੀਲਣ ਤਰ ਕਰੀਰ ਜਹ ਭਾਰੀ। ਜਿੱਥੇ ਪੀਲਾਂ ਦੇ ਕਰੀਰਾਂ ਦੇ ਬਹੁਤ ਭਾਰੀ ਦਰਖਤ ਹਨ। ਇੱਥੇ ਸਾਧ ਸੰਗਤ ਸਾਖੀ ਪੂਰੀ ਹੁੰਦੀ ਹੈ, ਸਮਾਂ ਵੀ ਪੂਰਾ ਹੋਣ ਵਾਲਾ ਹੈ। ਗੁਰੂ ਕਿਰਪਾ ਕਰੇ। ਰਾਗੀ ਸਿੰਘ ਸਾਹਿਬਾਨਾਂ ਨੇ ਕੀਰਤਨ ਦੁਆਰਾ ਨਿਹਾਲ ਕਰਨਾ ਹੈ ਸੁਲਤਾਨਪੁਰ ਬੇਰ ਸਾਹਿਬ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦਾ। ਤੇ ਉਸ ਥਾਂ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਜੋਗਾ ਸਿੰਘ ਜੀ ਜਿਨ੍ਹਾਂ ਨੇ ਪਾਠ ਬੋਲਣ ਦੀ ਅੱਜ ਸੇਵਾ ਕੀਤੀ ਹੈ, ਗਿਆਨੀ ਸਿੰਘ ਨੇ ਹੈੱਡ ਗ੍ਰੰਥੀ ਨੇ, ਤੇ ਇਹਨਾਂ ਨੇ ਸਾਧ ਸਿੰਘ ਜੀ ਚਾਹ ਦੇ ਨਾਲ ਸੇਵਾ ਕੀਤੀ। ਭਾਈ ਗੁਰਮੀਤ ਸਿੰਘ ਇੱਥੇ ਹੈ ਨਹੀਂ ਸੀ। ਮੈਂ ਤਾਂ ਸਾਡੇ ਸੰਪਰਦਾ ਦੇ ਭਾਈ ਸਾਹਿਬ ਇਹ ਮੇਰੇ ਆਉਂਦੇ ਨੂੰ ਮੈਨੂੰ ਲੱਗਦਾ ਸੀ ਵੀ ਤਿਆਰ ਸੀ ਇਹ ਭਚੰਗੀ ਗਿਆਨੀ ਸਿੰਘ ਹੈ, ਪਰ ਇਹਨਾਂ ਦੇ ਅੱਜ ਸ਼ਾਮ ਦੇ ਕਥਾ ਦਾ ਉਧਰ ਟਾਈਮ ਹੈ ਨਹੀਂ ਸੀ। ਫਿਰ ਦਾਸ ਨੇ ਬੇਨਤੀ ਕੀਤੀ ਤੇ ਹੈੱਡ ਗ੍ਰੰਥੀ ਸਾਹਿਬ ਨੇ ਆ ਕੇ ਕਥਾ ਦਾ ਪਾਠ ਬੋਲਿਆ। ਇਹਨਾਂ ਦਾ ਵੀ ਧੰਨਵਾਦ ਜਿੱਥੇ ਸੰਗਤਾਂ ਦੇ ਮੈਂ ਕਥਾ ਦਾ ਪਾਠ ਬੋਲਾਂ, ਮੈਂ ਕਿਹੜਾ ਘਾਟਾਂ ਕਿਸੇ ਨਾਲੋਂ। ਇਹ ਨਿਮਰਤਾ ਦੀ ਗੱਲ ਹੈ। ਸਾਧ ਸੰਗਤ ਜੀ ਚਾਹ ਦੇ ਨਾਲ ਭਾਈ ਸਾਹਿਬ ਜੀ ਨੇ ਸੰਤ ਬਾਬਾ ਜਗਜੀਤ ਸਿੰਘ ਜੀ ਦੇ ਵਿਦਿਆਰਥੀ ਨੇ, ਸੰਪਰਦਾ ਦੇ ਪੜ੍ਹੇ ਹੋਏ ਹੈ। ਬਹੁਤ ਬਹੁਤ ਧੰਨਵਾਦ। ਆ ਹੁਣ ਕਥਾ ਦੀ ਸਮਾਪਤੀ ਦਾ ਮੰਗਲ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਸੁਣੋ ਜੀ। ਹੇ ਗੋਬਿੰਦ ਹੇ